ਹਾਂਜੀ अल्फा आई अल्फा डोंट नो पैकेज कि कोई नहीं कह नहीं सकता नहीं है। नहीं जमील गुज्जर जमील गुज्जर जमील गुजर रेली या हाँ वही जी सी, फारूक हाँ जी जमील फारूक जमील जी बिल्कुल जी हाँ वही जी सी मुर्शद चौंक समथिंग इदा का नाम हाँ है जी ना। हाँ बिल्कुल जी हाँ बिल्कुल जी अच्छा ਤੇ ਦੋ ਆਬਿਦ ਭਾਈ ਤਿੰਨ ਵਾਰੀ ਦੂਜੀ ਗੱਲ ਉਹਦੇ ਬਾਰੇ ਚ ਮੈਂ ਗੱਲ ਕਰ ਲਈਏ ਅਗਰ ਦਿਨ ਜੀ ਨੂੰ ਯਾਰ ਕਿਸੇ ਭਾਈ ਦੇ ਕੋਲ ਟਾਈਮ ਹੋਏ ਮੇਰਾ ਤਾਂ ਮਸਲਾ ਹੁੰਦਾ ਕੰਮ ਨਾ ਤੇ ਉਹਦੀ ਬਰੋਡ ਜਾ ਕੇ ਤੇ ਕੁਝ ਨਾ ਕੋਈ ਮੈਸੇਜ ਦਿਓ ਤੁਸੀਂ ਉਹਦਾ ਡਾਇਰੈਕਟ ਮੈਸੇਜ ਪਾਕਿਸਤਾਨ ਜਾ ਰਿਹਾ ਹੁੰਦਾ ਉਹ ਪਾਕਿਸਤਾਨ ਤੋਂ ਬਰੋਡ ਚੱਲ ਰਹੀ ਹੁੰਦੀ यार सही पता है सही क्या बात है, पता है क्या बात है, हमारा जो मैसेज होता है ना वो हमारा खुशक मैसेज है। ਉਹ हमें वो ਆਪਣਾ ਇੱਕ ਫੌਜੀ ਲੱਗਾ ਜੇ ਭੱਜਣ ਇਹਨੂੰ ਟਾਈਮ ਦੇ ਲੋ ਨਹੀਂ ਤੇ ਉਹਨੇ ਚਲੇ ਜਾਣਾ ਜੇ ਚਲੋ ਚਲੋ ਤੇ ਭਾਈ ਜੀ ਮੈਨੂੰ ਕੌਣ ਹਟਾ ਹੈ ਦੋ ਕੋਈ ਨਹੀਂ ਹੁਣ ਮੈਂ ਆਪਣੇ ਘਰ ਆ ਪਹੁੰਚ ਗਈ ਕਿਉਂਕਿ ਮੇਰੇ ਤੁਹਾਡੇ ਬੱਚੇ ਬੜੇ ਡਿਸਟਰਬ ਹੁੰਦੇ ਆ अच्छा ਜਦੋਂ ਮੈਂ अच्छा ਸਕੂਲ ਓਏ एक ਜਾਵਾਂ ना। बात एक बात करूंगा जी रामा जी बहन, जी मुझे जी फख्र है कि आप इतनी प्यार से सुनती हैं, और अगर कोई गलती हो तो जरूर आगे बताना है, ठीक है ना, जरूर जी ऊपर जी आना है, बताना है हाँ नहीं जरूर, बस ठीक है। यही था मुझे कल यही लगा कि और उस वक्त गल भी बिजी जड़ी भी है ना, था। गल भी जड़ी है जी ठेठ पंजाबी फैसलाबादी करनी जी सोहनी जी लगती, बिल्कुल सही गल है। ठीक है। ਮੈਨੂੰ ਤੁਸੀਂ ਬਰਦਾਸ਼ਤ ਨਹੀਂ ਕਰਦੇ ਤੇ ਉਧਰ ਤੁਸੀਂ ਸਿਫਾਰਸ਼ਾਂ ਪਾਉਣ ਡਏ ਜਾਵਦ ਭਾਈ भैन है ना यार, वो भैन है ਹਾਂ भाई है। ਠੀਕ ਹੋ ਗਿਆ ਠੀਕ ਆ ਆਪੀ ਜੀ ਹੁਣ ਮੈਂ ਮੇਰੀ अजमत ਸਾਈਡ ਲੈ भाई ਕੇ ਰੱਖਣੀ अजमत ਮੈਂ ਹੀ भाई ਉੱਤੇ ਪਈ ਨਹੀਂ ਨਹੀਂ ਭਾਈ ਜੀ ਤੁਸੀਂ ਜਦੋਂ अजमत ਆਉਂਦੇ ਹੋ ਮੈਂ भाई ਸਪੈਸ਼ਲ ਸੁਣਦੀ ਆ ਇੰਨੀ ਮੈਂ ਬਿਜ਼ੀ ਹੁੰਨੀ ਕਿ ਮੇਰੇ ਨਾਲ ਦੇ ਜਿਹੜੇ ਬਿਜ਼ਨਸ ਮੇਰੇ ਪਾਰਟਨਰ ਨੇ ਉਹ ਤੰਗ ਹੋ ਜਾਂਦੇ ਕਿ ਤੈਨੂੰ ਕੀ ਪਾਕਿਸਤਾਨ ਦਾ ਵਕਤ ਪਿਆ ਰਹਿੰਦਾ ਹਾਲਾਂਕਿ ਉਹ ਵੀ ਦੇਸੀ ਨੇ ਤੇ ਲੇਕਿਨ ਉਹ ਬਸ ਮੈਂ ਸੁਣਦੀ ਉਹਨਾਂ ਨੂੰ ਮੈਂ ਦੱਸਣੀ ਹੁੰਨੀ ਕਿ ਇਹ ਦੋ ਤਿੰਨ ਨੇ ਤੇ ਸਹੀ ਮੈਂ ਜਿਨ੍ਹਾਂ ਨੂੰ ਸੁਣਦੀ ਆ ਅਦਰਵਾਈਜ਼ ਮੈਂ ਨਹੀਂ ਇਤਨਾ ਸੁਣਦੀ। ਮਿਹਰਬਾਨੀ ਬਸ ਆਪੀ ਜੀ ਬਸ ਤੁਹਾਡੀਆਂ ਦੁਆਵਾਂ ਚਾਹੀਦੀਆਂ ਵਾ ਅਸੀਂ ਇਸ ਲਾਇਕ ਨਹੀਂ ਸਾਡੀ ਇੰਨੀ ਔਕਾਤ ਨਹੀਂ ਨਹੀਂ ਬਸ ਜ਼ਾਹਰ ਅੱਲਾਹ ਆ ਪਾਕ ਸਾਡਾ ਦੀ ਸਾਰੇ ਮਿਹਰਬਾਨੀ ਲੋਕਾਂ ਦਾ ਮਿਸ਼ਨ ਇਹ ਵਰਨਾ ਸਾਨੂੰ ਤੇ ਉਹੀ ਤੁਸੀਂ ਗੱਲ ਕਰ ਰਹੇ ਸੀ ਪਰਸੋਂ ਵਰਨਾ ਨਾ ਸਾਨੂੰ ਭੁੱਖੇ ਨਾ ਪਿਆਸ ਅਲਹਮਦੁਲਿਲਾ ਸਾਰੇ ਹਾਂਜੀ ਆਪਣੇ ਆਪਣੇ ਸੈੱਟ ਆ ਨਾ ਹੀ ਅਸੀਂ ਸਹੀ ਗੱਲ ਪਾਕਿਸਤਾਨ ਜਾਣਾ ਹੈ ਕਦੀ 10 ਸਾਲ ਬਾਅਦ ਚੱਕਰ ਲੱਗਾ ਜੀ ਉਹ 2 ਦਿਨ ਲਈ ਤੁਸੀਂ ਜਾਵੋਗੇ। ਮੈਂ ਹਾਂਜੀ 2016 ਵਿੱਚ ਗਈ ਸੀ ਸਿਰਫ 2 ਦਿਨ ਵਾਸਤੇ ਗਈ 2 ਰਾਤਾਂ ਪੂਰੀਆਂ ਨਹੀਂ ਉੱਥੇ ਰਹੀ ਵਾਪਸ ਆ ਗਈ ਕਿਉਂਕਿ ਇਤਨਾ ਸਹੀ ਟਾਈਮ ਨਹੀਂ ਹੁੰਦਾ ਕਿ ਤੁਸੀਂ ਆਪਣਾ ਘਰ ਬਿਜ਼ਨਸ ਛੱਡ ਕੇ ਜਾਵੋ। ਵਿਹਲੇ ਹਾਂਜੀ ਲੋਕੀ ਹਾਂਜੀ ਹੈਗੇ ਸਾਡੇ ਵਰਗੇ ਕੋਈ ਹੋਰ ਵੀ ਉਹ ਚਲੇ ਜਾਂਦੇ ਪਰ ਮੇਰੇ ਕੋਲ ਟਾਈਮ ਨਹੀਂ ਹੁੰਦਾ। ਠੀਕ ਹੈ ਜੀ ਬੜੀ ਮਿਹਰਬਾਨੀ ਤੇ ਆਪੀ ਜੀ ਉਹਨਾਂ ਬਹੁਤ ਲੋਕਾਂ ਵਾਸਤੇ ਸ਼ੁਕਰੀਆ ਜਿਹੜੇ ਵਿਚਾਰੇ ਉੱਥੇ ਮਜਬੂਰ ਬੈਠੇ ਉਹਨਾਂ ਲਈ ਅਸੀਂ ਤੜਪਣੇ। ਸਹੀ ਗੱਲ ਆ ਹੁਣ बड़ी ਫਰਿਸ਼ਤਾ मेहरबानी ਆਪੀ ਨੂੰ भैन। ਦਿਓ ਜੀ ਟਾਈਮ जी फरिश्ता, आपने कुछ बात करनी है तो करनी। ਜੀ ਚੱਲੇ ਜੀ ਬਹੁਤ ਬਹੁਤ ਸ਼ੁਕਰੀਆ ਸਾਰੀਆਂ ਭੈਣਾਂ ਨੂੰ ਵੀ ਜਿਨ੍ਹਾਂ ਨੇ ਸਾਨੂੰ ਦੋਵਾਂ ਦੇਸੀ ਭੈਣ ਭਰਾ ਨੂੰ ਬਰਦਾਸ਼ਤ ਕੀਤਾ ਤੇ ਬਹੁਤ ਬਹੁਤ ਸ਼ੁਕਰੀਆ ਜਜ਼ਾਕੱਲਾ ਖੈਰ ਭਾਈ ਜੀ ਮੈਨੂੰ ਆਪੇ ਲਾ ਦਿਓ। ਆਪੇ ਲਾ ਥੈਂਕ ਦਿਓ ਯੂ ਵੈਰੀ ਮਚ। ਹਾਂਜੀ ਉਹੀ ਕਿਉਂਕਿ ਮੇਰੇ ਹੱਥ ਬਿਜ਼ੀ ਨੇ ਮੈਂ ਗੱਡੀ ਸਹੀ ਤੋਂ ਸਮਾਨ ਕੱਢਣ ਡਈ ਠੀਕ ਹੈ ਆਪੀ ਜੀ ਠੀਕ ਹੈ थोड़ा ਥੈਂਕ ਜੀ ਯੂ भरा ही ਓਕੇ तो ਅੱਲਾ लाएगा, थोड़ा भरा ही तो ਜੀ लाएगा ਜੀ ना ਬਹੁਤ अभी ਬਹੁਤ ਸ਼ੁਕਰੀਆ ਜੀ। ਮੁੰਡੇ अजमत ਅਸੀਂ भाई। ਠੀਕ ਹੈ ਦੋਵੇਂ ਆਪੀ ਇੱਕ ਇਲਾਕੇ ਦੇ ਆ ਨਾ। ਤੇ आहो अजमत भाई, ਮੈਂ अजमत भाई। ਗੁਸਤਾਖੀ ਨਹੀਂ ਕਰਨੀ ਸਾਡੀ ਭੈਣ ਆ ਮੈਂ ਗੁਸਤਾਖੀ ਨਹੀਂ ਕਰਨੀ ਇਹ ਹੋਸਟ ਸਾਹਿਬ तो ਵੀ मैं भी ਜ਼ਿੰਮੇਵਾਰੀ नहीं करती ਚੁੱਕਣ है, मैं भी नहीं करनी है। किस ਬਸ और ਸਹੀ ਹੈ तो मैं भी नहीं करनी ने ਮਿਊਟ ਹੀ ਲਾ असल ਦਿਓ ਫਿਰ ਆਪੀ ਹੁਣਾਂ ਨੂੰ ਜੀ ਜੀ हाँ ਥੈਂਕ ਯੂ ਬਹੁਤ ਮਿਊਟ ਲਾ ਦਿਓ ਫਿਰ ਚੱਲਦੀ ਰਹਿਣ ਦਿਓ ਕਾਲ ਉਹਨਾਂ ਦੀ ਦੁਬਾਰਾ ਫਿਰ हाँ ਆ बस ਜਾਣਗੇ ये भी लाओ। नहीं जे जे औखा काम में किसी को नहीं हो रहा है तो जंग भी तो फिर हाजिर है खालिद भाई। हाँ ਆਹ ਇਦਾਂ ਦਾ ਕੰਮ ਜੰਗ ਵੀ ਕਰ ਲੈਂਦਾ ਰਿਸ਼ਤਾ ਆਪ ਹੀ ਬੋਲੋ ਜੀ ਬੋਲੋ ਮੇਰੇ ਕੋਲ ਵੀ ਟਾਈਮ ਥੋੜਾ ਫਿਰ ਮੈਂ ਨਿਕਲ ਜਾਣਾ फरिश्ता सिस्टर ਉਹ ਬਾਜੀ ਚਾਹ ਬਣਾਉਣ ਚਲ ਗਈਆਂ हम दोनों चले 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 जी। ਆ ਗਈ ਆ गई आ गई आ गई तो you know ਬੋਲੋ we don't mind ਚੱਲ ਉਹ ਚਲ ਗਈ ओके खुदा हाफिज खुदा हाफिज ਤੁਸੀਂ ਵੀ ਜਾ ਰਹੇ ਜੀ जी कोई क्यों मेरी को वो नहीं किया बस खुदा हाफिज। ਇਹਨਾਂ ਉੱਥੇ क्या ਆਪੀ ਜਾके क्या नहीं किया ਗਈਆਂ ਨਾ ਹੋਣ नहीं ये तो अच्छी बात नहीं है ना तीन चार तापियां तीनों की तीनों चली गई हैं तो अभी हम किसके साथ नैला भी चला लो हाल है वो दो इकट्ठे ही भजी जान डे अल्लाह खैर ही करे चलो जी खालिद भाई हुण सीट ਤੁਹਾਡੇ ਹਵਾਲੇ ਤੇ ਸਟੀਅਰਿੰਗ ਵੀ ਤੁਹਾਡੇ ਹਵਾਲੇ ਨਹੀਂ ਸੀਟ ਤੁਸੀਂ ਚੰਗੀ ਨੂੰ ਦਿਓ ਜੀ ਜਿੰਨੇ ਸੰਭਾਲਣੀ ਸੰਭਾਲ ਲਓ ਮੈਂ ਸਿਰਫ ਤੁਹਾਡੇ ਕੋਲ ਆ 10 ਤੋਂ 20 ਮਿੰਟ ਹੋਰ ਗਾਲੀ ਕੋਈ ਨਹੀਂ ਅਜ਼ਮਤ ਭਾਈ ਹਾਂਜੀ ਠੀਕ ਅੱਜ ਹੋ ਮੇਰੇ ਆਪੇ ਨਾਲ ਹੋਈਏ ਮੈਨੂੰ ਤੇ ਤੁਹਾਡਾ ਦਰਦ ਦਾ ਅਸੀਂ ਹਮਜ਼ਾ ਭਾਈ ਆਏ ਨੇ ਜੀ अस्सलाम वालेकुम हमजा भाई मानी भाई अस्सलाम वालेकुम खुश आमदीद जी वालेकुम सलाम व रहमतुल्लाह जनाब सुनाओ क्या हाल है साहब भाई ठीक ठाक अल्हम्दुलिल्लाह सर जी प्लीज यार कोई टॉपिक वगैरह रखा करो कोई ਆਪਣੀ ਦੁੱਖ ਦਰਦ ਕੋਈ ਸੁਣਾਓ ਜੀ ਪਿਛਲਾ ਕੋ ਬਚਪਨ ਤੋਂ ਲੈ ਕੇ ਹੁਣ ਤੱਕ ਦਾ और कोई भाई इमरान खान के मुआशरे बारे में सही है
ਇਮਰਾਨ ਖਾਨ ਦੇ ਬਾਰੇ 'ਚ ਤੁਸੀਂ ਦੱਸੋ ਜੀ, ਫਿਰ ਤਾਂ ਤੁਸੀਂ ਸਟਾਰਟ ਕਰ ਦਿਓ ਕੰਮ। ਅਸੀਂ ਕੀ ਯਾਰ ਸਟਾਰਟ ਕਰੀਏ, ਅਸੀਂ ਭਰਾਵਾ ਤੁਹਾਡੇ ਹੱਥ ਦੂਰ ਹੀ ਬੈਠੇ ਹਾਂ। ਅਸੀਂ ਕਿਹੜਾ ਆਪਣੀ ਹਲਕਾ ਖਬਰਾਂ ਨੂੰ ਯਾਰ ਹਮਜ਼ਾ ਭਾਈ, ਆਪਣਾ ਕਿਹੜਾ ਹਲਕਾ ਤੁਹਾਡਾ? ਅਸੀਂ ਪਾਕਿਸਤਾਨ ਜੇਲਮ ਤੋਂ ਆ ਤੇ ਫਿਲਹਾਲ ਤੇ ਮੈਂ ਸਾਊਥ ਅਫਰੀਕਾ ਵਾਂ। ਸਹੀ ਹੈ। ਕੀ ਸੂਰਤ ਹਾਲ ਹੈ ਜੇਲ੍ਹ ਦੀ? ਕੋਈ ਉੱਥੇ ਫਵਾਦ ਚੌਧਰੀ ਸਾਹਿਬ ਦਾ ਕੀ ਸੂਰਤ ਹਾਲ ਆ? ਉਹਨੂੰ ਵੋਟ ਫਵਾਦ ਪੈਣਗੇ ਹਾਲੇ? ਚੌਧਰੀ ਸਾਹਿਬ ਆ ਗਏ, ਵੜ ਗਏ? ਕੋਈ ਚੱਕਰ ਨਹੀਂ ਹੈ, ਅੱਛਾ, ਤੇ ਤੁਸੀਂ ਕੋਈ ਸਾਊਥ ਚੱਕਰ ਨਹੀਂ। ਅਫਰੀਕਾ ਹੁਣ ਕੀ ਚਾਵਲ ਲੱਗੇ ਜੇ ਬਣਾਉਣ? ਨਹੀਂ ਚਾਵਲ ਨਹੀਂ ਲੱਗੇ ਬਣਾਉਣ ਜਨਾਬ, ਵਜ਼ੂ ਕਰ ਰਹੇ ਹਾਂ। ਅੱਛਾ, ਓ ਯਾਰ ਮਾਸ਼ਾਅੱਲਾ, ਮਿਊਟ ਕਮਾਲ ਕਰ ਦੀ ਲਓ, ਗੱਲ ਪਤਾ ਹੈ। ਨਹੀਂ ਅਜ਼ਮਤ ਭਾਈ ਤੁਹਾਡਾ ਸ਼ੋਰ ਆ ਰਿਹਾ ਜਾਂ ਪਤਾ ਨਹੀਂ ਕਹਿੰਦਾ ਸ਼ੋਰ ਆ ਰਿਹਾ। ਉਹ ਹਮਜ਼ਾ ਭਾਈ ਵਜ਼ੂ ਕਰ ਰਹੇ, ਇਸ ਕਰਕੇ ਉਹਨਾਂ ਦੀ ਆਵਾਜ਼ ਆ ਰਹੀ ਜੰਗਵੀ ਸਾਹਿਬ। ਅੱਛਾ ਹੁਣ ਜਨਾਬ ਸਹੀ ਹੈ। ਭਾਈਆਂ ਨੇ ਨਮਾਜ਼ ਹੁਣ ਪੜ੍ਹ ਮੈਨੂੰ ਕੇ ਆ ਗਿਆ। ਖਾਨ ਸਾਹਿਬ ਲਈ ਦੁਆ ਕਰਨੀ, ਹੋਰ ਕਿਸੇ ਲਈ ਕਰਿਓ ਤੇ ਭਾਵੇਂ ਨਾ ਕਰਿਓ, ਠੀਕ ਹੈ, ਮਿਹਰਬਾਨੀ। ਨਹੀਂ ਉਹ ਤੇ ਸਰਕਾਰ ਡੇਲੀ ਮਾਸ਼ਾਅੱਲਾ ਕਰੀ ਗਏ ਤੇ ਯਾਰ ਕੋਈ ਦੱਸਣਾ ਖਬਰ ਕੋਈ ਨਹੀਂ ਤਾਜ਼ੀ, ਮਾਸ਼ਾਅੱਲਾ ਕਾਫੀ ਸਾਰੇ ਭਰਾ ਬੈਠੇ ਹੋ। ਖਬਰ ਦੱਸੋ ਜੀ ਖਾਲਦ ਭਾਈ, ਅੱਜ ਦੀ ਕੀ ਅਪਡੇਟ ਆ? ਕਿਉਂਕਿ ਅੱਜ ਮੈਂ ਤੇ ਖਬਰਾਂ ਤੋਂ ਦੂਰ ਹੀ ਰਿਹਾ, ਸਿੱਧੀ ਗੱਲ ਆ, ਐਵੇਂ ਮੈਂ ਝੂਠ ਬੋਲਾਂ। ਮੇਰੇ ਨਾਲ ਤੇ ਅੱਜ ਅਜ਼ਮਤ ਭਾਈ ਤੋਂ ਹਾਲਾਤ ਹੋਇਆ ਤੇ ਮੈਂ ਤਾਂ ਸੋ ਗਿਆ ਸਾਂ, ਆਪੇ ਭਾਈ ਤੇ ਬੋਲ ਜਾਓ। ਹਾਂਜੀ ਚਲੋ ਜੀ, ਇਸ ਤਰ੍ਹਾਂ ਹੈ ਹੋਰ ਸਰ, ਸਾਹਿਬ, ਤੇ ਕਿਹੜੀ ਖਬਰ ਚਾਹੀਦੀ ਹੈ ਤੁਹਾਨੂੰ ਸਰ? ਕਿਸ ਦੇ ਬਾਰੇ ਪੁੱਛਣਾ ਚਾਹੁੰਦੇ ਹੋ? ਅੱਜ ਸਾਈਫਰ ਕੇਸ ਦੀ ਸੀ ਨਾ, ਉੱਥੇ ਅਦਾਲਤ ਦੇ ਵਿੱਚ ਕੇਸ ਚੱਲਿਆ ਸੀ, ਉੱਥੇ ਕੀ ਅਪਡੇਟ ਕੋਈ ਪਤਾ ਲੱਗਾ? ਮੈਂ ਖਬਰਾਂ ਦੇਖੀਆਂ ਨਹੀਂ ਸਵੇਰ ਦੀਆਂ। ਅੱਛਾ, ਉਹ ਇਸ ਤਰ੍ਹਾਂ ਦੀ ਸਰ ਜੀ ਕਿ ਉਹ ਉਸ ਕੇਸ ਦਾ ਤੇ ਕੋਈ ਆਦੀ ਅਪਡੇਟ ਨਹੀਂ ਆਈ, ਲੇਕਿਨ ਜਿਹੜੀ ਗੌਰ ਸਾਹਿਬ ਨੇ ਮੀਟਿੰਗ ਕੀਤੀ ਹੈ, ਗੌਰ ਸਾਹਿਬ ਨੇ ਜਿਹੜੀ ਅੱਜ ਕੀਤੀ ਹੈ ਮੀਡੀਆ ਟਾਕ, ਕੀ ਉਹ ਕੀਤੀ ਉਹ? ਦੂਸਰਾ ਅੱਛਾ ਅੱਜ ਆਫਿਸ ਖੋਲਿਆ ਉਹਨਾਂ ਨੇ, ਕਿੱਥੇ? ਪਿਸ਼ਾਵਰ ਵੀ ਖੋਲਿਆ ਤੇ ਇਸਲਾਮਾਬਾਦ ਵੀ। ਠੀਕ ਹੋ ਗਿਆ। ਮੀਟਿੰਗ 'ਚ ਉਹਨੇ ਕੀ ਕਿਹਾ, ਉਹ ਕਾਨਫਰੰਸ 'ਚ, ਮੀਡੀਆ ਟਾਕ? ਕਾਨਫਰੰਸ ਵਿੱਚ ਸਾਡੀ ਸਭ ਤੋਂ ਜ਼ਿਆਦਾ ਜਿਹੜੀ ਗੱਲ ਸੀ ਉਹ ਇਹ ਹੋਈ ਹੈ ਕਿ ਚੇਅਰਮੈਨ मुर्शिद था, मुर्शिद है और मुर्शिद रहेगा, जिंदाबाद। समझे? और फुल कमिटमेंट है, ठीक है। और जो वर्कर लिखा कन्वेंशन था, ਦੀ ਕੋਈ ਗੱਲ ਕੀਤੀ ਉਹਨੇ? जी जी वर्कर कन्वेंशन ਦੀ ਕੋਈ ਗੱਲ ਕੀਤੀ ਪੰਜਾਬ ਚ ਉਹਨਾਂ ਨੇ? जी हाँ सर, उन्होंने कहा जी हम लड़ाई लड़ रहे हैं, हम लड़ाई लड़ेंगे और हम तैयार हैं, अवाम की सपोर्ट हमारे साथ है और अवाम हमारे साथ है। सही, बिल्कुल यानी कि फुल खिला के ना, जिस जिवें कहते हैं फुल खिला के आया हाँ जी, शेर दा बच्चा, मतलब कि पूरा बहादरी ना आया फिर आज। आह चलो फुल खिला के। चंगी उसने गल। कहा है जी कि लड़ाई के लिए हम तैयार हैं, अवाम की सपोर्ट हमारे साथ है, जबरदस्त, अब लड़ाई करेंगे इंशाल्लाह। ठीक है ना जी। तो ये बात है। और इसके अलावा जो है फिर उन्होंने किया, और दूसरा एक और है, उस पर हम बहस करेंगे अगर पैनल पूरा हो जाए तो। वो जो लेटर लिखा है काजी फाइज साहब, मुर्शिद ने जो लेटर लिखा है ना काजी फायज ईसा को, हाँ, वो लेटर जो है ना लीक हो गया, और उसमें अच्छा, जो लिखा है ना जबरदस्त किस्म की चीजें उसमें लिखी हैं, वो जो है ना इस ईसा के लिए, ये मानो सिस्टर भी आगे मेरे ख्याल में मानो सिस्टर से, वो जो ईसा से सवालात किए गए हैं ना सर, बड़े जबरदस्त सवाल है, और वो आज ट्विटर पे भी रहे अच्छा हैं, जी। और हमारी मानो सिस्टर आई, मेरे ख्याल है इनके पास भी होगी खबर। मेरे पास आई होगी, लेकिन मैंने वो अभी तक ग्रुप चेक ही नहीं किया, तो मैं इंशाल्लाह सुबह आप सबको वो पूरी अपडेट आज की मैं शेयर कर दूंगा सबको। अस्सलाम वालेकुम मानो सिस्टर। जी वालेकुम अस्सलाम जी, आवाज आ रही है आपको? जी जी आवाज आ रही है। अभी जी जी, पहले इसकी आवाज नहीं आ रही थी जी, बहुत ज्यादा खबरें हैं। जी 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 आप बोले। जी जी वो आप बताएं खबरें जो है आपके पास, मानो आप ही आप बताएं प्लीज। जी मेरे पास भी एक खबर है, वो ये खबर है कि जो केपीके से तो खान के जितने भी दुश्मन हैं वो मायूस हो चुके हैं। केपीके शुक्र की अल्हम्दुलिल्लाह। खौफ के बुत टूट चुके हैं, और उन्हें 100% यकीन हो गया है कि वो चाहे कुछ भी कर लें, कि वो केपीके तो किसी भी तरह से वहां से कुछ कर नहीं सकते। अब उनका सारा जोर है पंजाब के ऊपर। तो मैं इस ब्रॉड के जरिए ये पैगाम देना चाहती हूँ अपने पंजाबी भाइयों को,
बुजुर्गों को, अपनी माओ बहनों बेटियों को, कि उन्हें भी खौफ के बुत को तोड़ना पड़ेगा, इस गुलामी की जंजीरों को तोड़ना पड़ेगा इंशाल्लाह, और उन्हें भी बाहर निकलना पड़ेगा, क्योंकि वो मंसूबा बना चुके हैं, वो पंजाब को हथियाने का मंसूबा बना चुके हैं, वोट के कत्ले आम का मंसूबा बन चुका। तो अब मेरी बात ये याद रखिएगा, प्लीज मेरी बात याद रखिएगा, इसको बताइएगा कि उनकी नजरें अब सिर्फ पंजाब पे रह गई हैं, और पंजाब ये है 5 दरियाओं की सरजमीन। बड़े दलेर जवान हैं हमारी बहनें वो दलेर हैं, तो उन्हें निकलना होगा, उन्हें ये साबित करना पड़ेगा। मैं आपको ये पैगाम दे रही हूँ, आप प्लीज इस पैगाम को पंजाब के हर कोने में पहुंचाइएगा इंशाल्लाह ताला। इंशाल्लाह आप पंजाब के हर गली बाजार हर कूचे में प्लीज 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 इस पैगाम को पहुंचाइएगा कि वो केपी कैसे मायूस हो चुके, उनकी नजरें सिर्फ पंजाब पे हैं कि वहां तो खान आए ही आए इंशाल्लाह पंजाब पे। तो पंजाबियों देखो, ये ना हो कि हमारी जमीन फिर से गुलाम बन जाए, फिर से चोरों डाकुओं लुटेरों को ये दे दी जाए। तो प्लीज आप उठें, खौफ के बुत को तोड़ें, गुलामी की जंजीरों को तोड़ें। अब ये पंजाब की बारी है, हमारे पख्तून भाइयों ने साबित कर दिया, अब हमारे पंजाबी भाइयों का काम है। हमें उठना पड़ेगा, हमें डरना नहीं होगा, हमें इस डर के बुत को तोड़ना होगा। ये मेरा पैगाम है। तो प्लीज पंजाब जागते रहना, अपने वोट का दिफा करना, इसका कत्ल मत होने देना। थैंक यू सो मच, जज़ाकल्लाह। अच्छा सिस्टर, वो जो आज खत जो लीक हुआ है उसके बारे में पता है आपको? जी भाई, कौन सा खत? काजी फायज ईसा के पास ओसी भाई आ गया है, एक सीट जी चाहिए जी, होगी बिल्कुल बिल्कुल है जी। जी, उन्होंने बिल्कुल हाथ खड़े कर दिए हैं ना, उन्होंने कहा है कि वो कुछ भी नहीं इस बारे में करेंगे, कह दिया उन्होंने। किसने कह दिया? ये जो काजी फायज ईसा के पास जो खत, इससे पहले वो सोशल मीडिया पे भी आ चुका है वो खत। जी 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 जी, वही वाला हाँ, जिसमें जी सारा कुछ लिखा हुआ बिल्कुल है कि काजी फायज ईसा जब से हुआ है और कितना जुल्म हुआ है, जितना जुल्म काजी फायज ईसा के दौर में हो रहा है इतना किसी जज के दौर में नहीं हुआ। जी प्लस काजी फायज ईसा तस्वीरें उतार रहा है दूसरे चीफ जस्टिस की, और जी आने वाला वक्त इसकी भी तस्वीर उतारी जाएगी। जी जी बयान जी मानो, आप क्या कहती हैं? और जी एक ओसी भाई ऊपर आए सर, आज बड़े मजे का सवाल है सर, आप ऊपर आए सर। जी जी, काजी फायज ईसा साहब जो कर रहे हैं ना, ये सारी दुनिया को नजर आ रहा है। काजी फायज ईसा को माजी के औराक को पलटना चाहिए, इन्हें आबिद भाई देखना अस्सलाम चाहिए, वालेकुम। मैं थोड़ा बिजी हूँ, मैं अभी ज्वाइन करता हूँ आपको थोड़ी देर में। इन्हें देखना चाहिए I'll कि join you later. जुल्फकार अली भुट्टो शहीद के जुडिशल मर्डर का हुक्म देने वाले जज की मैयत को अस्तगफिरुल्लाह जब मक्खियों ने उसको पकड़ लिया, लोग फेंक के भाग गए। हमें पता नहीं है वो जमाना क्या था, हमने देखा तो नहीं, हमने सुना, मौलवी हमने पढ़ा। उसका नाम मौलवी मुश्ताक था फिर। बिल्कुल मौलवी बिल्कुल बिल्कुल आप ठीक कह रहे हैं, बिल्कुल आप ठीक कह रहे हैं मौलवी मुश्ताक। वो पूरे फैक्ट्स एंड फिगर हम लोगों ने देखे नहीं, इन लोगों ने तो देखे हुए हैं। इन लोगों ने तो सिर्फ सुना नहीं है, इन्होंने तो सब कुछ देखा है। क्या इन्होंने आबे हयात पी लिया है? क्या ये मौत से इनकारी हो चुके? क्या इनको नहीं पता कि कुल्लु नफ्सिन जायकातुल मौत, मौत तो सबको आनी है? तो क्यों ये जुल्म कर रहे हैं अपनी जानों के साथ? ये अपनी जानों के साथ जुल्म क्यों कर रहे हैं? ये बहुत बड़े मनसब पे फायज हैं, बहुत बड़े मनसब पे फायज हैं, और यकीन माने इन्होंने जवाब देना है। इस दुनिया में तो जवाब दें या ना दें, मेरा ईमान है कि इन्होंने आखिरत में जवाब देना है, और ये इतना सख्त जवाब दें, मेरा ईमान है कि इन्होंने आखिरत में जवाब देना है, और ये इतना। भाई म्यूट करें, मानी भाई म्यूट करें। जी आप जी, ये दोबारा रिकॉर्डिंग है कुछ, आई डोंट नो। नहीं आप ही, वो ऊपर अनम्यूट आदमी था, अपना दोस्त था भाई अपना आए हैं मानी भाई, तो उन्होंने म्यूट नहीं लगाया था, इसलिए डबल आ रही थी आवाज आपकी। जबर मैं ज्यादा जज्बात में बोल रही हूँ, लेकिन यकीन करें भाई, वो जो सही मैंने बोल आपको रही, पैगाम बोले देना था,
جو میں نے آپ کو پیغام دینا تھا وہ میں نے آپ کو دے دیا ہے کہ پنجاب جاگتے رہنا، یہ میرا بہت بڑا پیغام ہے، یہ میرا بہت سچا پیغام ہے، پلیز یہ پنجاب کے ہر کونے میں پہنچائیے گا۔ تو یہ جو قاضی صاحب کر رہے ہیں انہوں نے جواب دینا ہے، اور ہم لوگوں کو یہ بات یاد رکھنی چاہیے، ایک ایک ظلم کا حساب ہمیں یاد رکھنا، ہمیں لینا ہوگا انشاءاللہ۔ ہمیں قانون کے دروازے ہم بھی کھٹکھٹائیں گے انشاءاللہ تعالیٰ۔ ایک دن آئے گا جب رول آف لا کی بالادستی ہوگی، ایک دن آئے گا جب ظلم کے اندھیرے چھٹ جائیں گے۔ یاد رکھیے گا یہ ظلم ہمیشہ کے لیے نہیں رہتا، اور 90% سے زیادہ لوگ خان صاحب کے لیے تڑپ رہے ہیں، انہیں ان کی آواز کو سننا چاہیے، ان کی آواز کو نہ سنیں۔ انصاف کا تقاضا ہے، یہ ہے کہ انہوں نے جو حلف اٹھایا ہے، اس کی پاسداری کریں۔ انہوں نے اللہ کو جواب دینا ہے، بہت بڑے یہ جو مناصب پہ یہ فائز ہوئے ہیں ان کو پلیز دیکھیں، اور دیکھیں جو ظلم ہو رہا ہے اس کو یہ روکیں۔ اور جتنے بھی انہوں نے اس میں لکھا ہوا ہے، لیٹر میں لکھا ہوا ہے کہ بالکل بھی پی ٹی آئی کو جو الیکشن کمپین کو نہیں کرنے دیا جا رہا، ان کے ساتھ بہت ہی متعصبانہ سلوک کیا جا رہا ہے، برابری کیا تو کوئی سوال ہی وہاں پہ پیدا نہیں ہوتا۔ اس میں جتنی باتیں کی گئی ہیں 100% اور بہت کم لکھا گیا ہے، لیکن انہیں اس باتوں کا جواب دینا ہوگا۔ اور وہ کہتے ہیں کہ یہ جی خط پہلے میڈیا پہ کیسا چلا گیا، یہ بات نہیں ہے کوشچن کہ میڈیا پہ کیسے چلا گیا، بات یہ ہے کہ آپ کو پہ سوال کیا گیا ہے تو آپ کو اس کا جواب دینا ہے۔ اور بات یہ نہیں ہے کہ آپ سے سوال کیوں کیا گیا ہے، آپ سے سوال کیا جانا چاہیے۔ میں بھی سوال کر سکتی ہوں بھائی، آپ بھی سوال کر سکتے ہیں۔ اگر حضرت عمر فاروق رضی اللہ تعالیٰ عنہ سے ایک بندہ اٹھ کے سوال پوچھ سکتا ہے تو پھر پاکستان کے قاضی فائز عیسیٰ سے سوال کیوں نہیں پوچھا جا سکتا؟ تو پھر یہ ہمیں تو یہ ساری چیزیں سوچنی چاہیے، یہ ٹھیک ہے جو ہے، اور انہیں اس بات کا خیال ضرور کرنا چاہیے۔ اور ہماری ریکویسٹ ہے ان سے، ہم ان سے ریکویسٹ کرتے ہیں کہ جو بھی ماضی میں ہو چکا سو ہو چکا، تو آنے والے وقت میں آپ دیکھیں، آپ پلیز قانون کے انصاف کے مطابق فیصلے کریں، کیونکہ آپ نے اللہ کو جواب دینا ہے۔ اسلامی جمہوریہ پاکستان کے ایک بہت بڑے منصب پہ اللہ تعالیٰ نے آپ کو فائز کیا، تو اللہ تعالیٰ آپ سے پوچھے گا، اللہ تعالیٰ آپ سے جواب لے گا کہ جب اللہ تعالیٰ نے آپ کو منصب دیا تو آپ نے کیا کیا۔ اگر ہمارے نیچے اگر 2 افراد بھی ہیں تو ہم نے ان کا جواب دینا ہے، تو انہوں نے بھی جواب دینا ہے، اور یہ بہت اچھے طریقے سے جانتے ہیں کہ انہوں نے جواب دینا ہے، تو انہیں یہ دیکھنا چاہیے۔ ہم ریکویسٹ کر سکتے ہیں کہ وہ یہ دوبارہ سوچیں، اس کو دیکھیں، اور پھر دوبارہ اچھے فیصلے کریں۔ ہم اچھے فیصلوں کی توقع کرتے ہیں ان سے۔ تھینک یو سو مچ۔ سر حماد رضا، آپ نے نماز پڑھ لی ہے تو ٹھیک ہے، نہیں تو پھر میں اوپر جاؤں گا خالد محمود کے پاس۔ اگر مانی آپ نے کچھ کہنا ہے، مانی اگر آپ نے کچھ کہنا ہے؟ نہیں؟ یہ میرا نا اس کا مائک کا ایشو ہے شاید۔ اچھا ہلو، اچھا چلیے، اچھا عمران ابو بکر، آپ نے اگر کچھ کہنا ہے تو بسم اللہ۔ دیکھو، ایک چیف جسٹس ہے، اسے ایک پولیٹیکلی لیٹر لکھا جاتا ہے کہ تمہارے وقت میں، تمہارے ٹائم میں ہم پہ ظلم ہو رہا ہے اور یہ ظلم ہم ریکارڈ کر رہے ہیں، تو اسے نوٹس لینا چاہیے یا نہیں لینا چاہیے؟ سر آپ کیا کہتے ہیں؟ ابو بکر آپ، ابو بکر نہیں، 1 2 3 جی خالد محمود بھائی۔ سر جی، چیف جسٹس آف پاکستان، جی عابد بھائی، جی سر، اس کے پاس لیٹر گیا، اس میں جو کچھ لکھا ہوا نا، جتنا ظلم ہوا ہے نا، جتنا، ہاں، اگر آپ شروع ہو جائے نا تو آپ کے پاس بہت بڑا مواد ہے اس پہ بات کرنے کا۔ تو دیکھیے جتنے ظلم ہوئے ہیں وہ سارے ظلم جو ہے وہ اس لیٹر میں لکھے ہوئے ہیں، اور مرشد نے وہ لیٹر لکھا ہے کہ آپ کے دور میں ہو رہا ہے، اور وہ بیٹھا ہوا ہے، وہ تصویریں اتروا رہا ہے جسٹس، چیف جسٹس جو پہلے گزرے ہیں ان کی۔ تو میرے خیال میں یہ اپنا وہ بھول گیا کہ اس کے ساتھ کیا ہوگا۔ جی سر۔ عابد بھائی، عدالتوں میں ججز، قاضی
اور قاضی کا جو منصب ہے وہ سیدھا جا کر اگر دیکھا جائے تو عدل سے ملتا ہے، اور عدل کرنے والی اللہ تبارک و تعالیٰ کی ذات ہوتی ہے۔ تو یہ نائب ہوتے ہیں اللہ تبارک و تعالیٰ کے، جو زمینوں پر اپنی عام عوام کو، رعایا کو انصاف دیتی ہے۔ اور اگر دیکھا جائے تو کہیں نہ کہیں بلکہ ملک میں السلام علیکم وعلیکم السلام میاں زین بھائی، میوٹ کر لیں اگر تو پلیز۔ اچھا، تو کہیں یہ ملکوں کی جو ترقی کا دار و مدار ہے وہ صرف اور صرف عدالتوں کے اوپر منحصر ہوتا ہے، کیونکہ قانون نافذ کرنے والے ادارے جب اپنی رعایا کو، اپنی عوام کو ان کے حقوق ان کی دہلیز پر دستیاب کرواتے ہیں، پہنچاتے ہیں، تو تب جا کر ملک اور ملت ترقی کی راہ پر گامزن ہوتی ہے۔ اگر میں مختصر کہوں تو اس کا مطلب یہ ہوگا کہ جس طرح مثال کے طور کے اوپر اگر میری زمین کے اوپر یا میرے ساتھ کچھ ناانصافی کی جاتی ہے، کوئی آ کر میرے اوپر لڑائی مسلط کر دیتا ہے یا ظلم کرتا ہے، تو میں اور کہیں نہیں جاؤں گا، پہلے میرا کام بنتا ہے پولیس اسٹیشن، اور پولیس اسٹیشن میں اگر سنوائی نہ ہو تو پھر میں قاضی کے پاس جاؤں گا، عدالت میں جاؤں گا، اور عدالت سے جا کر انصاف کی دعائی لے کر اپنے لیے انصاف مانگوں گا۔ اگر عدالت نے مجھے انصاف دے دیا اور ظالم کو پابند سلاسل کر دیا، سزا دے دی، تب جا کر ظلم بھی ختم ہوگا اور مجھے انصاف بھی ملے گا، اور ملک پاکستان یا کوئی بھی دنیا کا ملک ہو تو وہ ترقی کی راہ پر گامزن ہوگا۔ مختصر مثال دوں کہ جب جرمنی کے ٹینکوں نے برطانیہ کے اوپر حملہ کیا اور برطانیہ کے فوجی اور برطانیہ کے اسپتال خون سے لت پت فوجیوں کے ساتھ بھرے پڑے تھے، تو تب چرچل سے ایک بندے نے سوال کیا کہ کیا ہم ترقی کر لیں گے؟ تو چرچل نے دو ٹوک الفاظ میں اس کو جواب دیا کہ کیا ہماری عدالتیں، سوال پر سوال داغا کہ کیا ہماری عدالتیں کام کر رہی ہیں؟ تو جواب آیا، بالکل سر، ہماری عدالتیں بالکل کام کر رہی ہیں۔ تو پھر چرچل نے کہا کہ ہمیں ترقی کرنے سے کسی کا باپ بھی نہیں روک سکتا۔ تو آج برطانیہ کے حالات آپ دیکھیں جو جنگ میں مکمل طور پر تباہ ہو چکا تھا۔ پاکستان کی زبوں حالی کا صرف اور صرف ایک ہی وجہ ہے، اور وہ وجہ عدالتوں کا عدم انصاف اور عام آدمی کو ان کے حقوق، ان کے رائٹس نہ دیے جانا۔ آج جس طرح ہاتھ کھڑے کیے ہیومن رائٹس کے ماسٹر نے، ہیومن رائٹس کے چیمپئن نے، میں آج اپنی حالت پر رہوں یا اپنی عدلیہ کی حالت پر رہوں یا ان کے لیے میں آنسو بہاؤں کہ میری عدلیہ کو کتنا مجبور کر دیا گیا، کتنا بے بس کر دیا گیا، کہ آج پاکستان کا سب سے سپریم ادارہ سپریم کورٹ اپنے دونوں ہاتھ اٹھا کر یہ کہہ رہا ہے کہ ہم کچھ نہیں کر سکتے۔ افسوس حد افسوس کہ جس ادارے کے ایک حکم پر وزرائے اعظم اور دنیا کے پاکستان کے تمام تر ادارے رک جایا کرتے ہیں، آج افسوس کے ساتھ کہوں گا کہ آج وہی ادارہ ایک 22 گریڈ کے آفیسر کے سامنے اپنے گھٹنے ٹیک چکا ہے۔ عابد بھائی، یہ چیف جسٹس فائز عیسیٰ نہیں بلکہ پوری پاکستان کی قوم جھک گئی ہے، پورے پاکستان کی قوم کا سر شرم سے جھک گیا ہے آج اس خط کے ساتھ ہی۔ اور پاکستان میں پہلے بھی جنگل کا قانون تھا، پاکستان میں آج بھی جنگل کا قانون ہے۔ جو طاقتور ہے وہ کمزور پہ حاوی ہے، اور طاقتور کمزور کو جس طرح چاہے چیرے پھاڑے، جس طرح جنگل میں طاقتور جانور چیر پھاڑ کر کمزوروں کو کھا جاتے ہیں، اسی طرح پاکستان میں جو تگڑے ہیں، جو طاقتور ہیں، جہاں چاہے گولیاں مارو، جس کو چاہے موت کے گھاٹ اتار دو، جس کو چاہے بے آبرو کر دو، جس کی چاہے عصمت لوٹ لو، آج آپ کو پوچھنے والا کوئی نہیں، کیونکہ ہماری عدالتوں نے صاف انکار کر دیا کہ ہم کچھ نہیں کر سکتے۔ تو یہ ایک لمحہ فکریہ ہے، یہ لمحہ فکریہ ہے۔ یا تو قاضی فائز عیسیٰ کو اپنے منصب سے استعفیٰ دے دینا چاہیے، یا پھر عوام اٹھ کر سپریم کورٹ کے باہر کھڑے ہو کر اپنے حقوق ان کے گریبان سے پکڑ کر ان سے مانگیں، تب جا کر ان کو حقوق ملیں گے، ورنہ یہ لوگ اسی طرح
ڈرامے اور فلمیں چلاتے جائیں گے اور کچھ بھی نہیں ہوگا. جی اوور ٹو یو جی. جی جی سر خالد اسی کو آپ لے کے اگر آگے چلے، واجد ہے اور نیچے حمزہ صاحب بھی ہے اور نئے میاں زین بھی آیا، تو میں 1 منٹ میں آتا ہوں اگر آپ لے کے چلیں. شکریہ. جی خالد میں نے کہا تھا آپ لے کے چلیں سر. جی زین بھائی آپ کیا کہتے ہیں؟ میں میوٹ پر بات کر رہا ہوں عابد بھائی، سوری. السلام علیکم. نہیں سر آپ کریں، بعد میں آپ کی بات سن رہا ہوں. خالد بولو یار. میں عابد میوٹ لگا ہوا ہے، میں میوٹ پہ بات کر رہا ہوں. ابو بکر آپ کچھ کہنا چاہو گے میری جان؟ ابو بکر آ رہی ہے؟ ہاں آپ کا نام ہے. اوکے سر، میں نے کہا تھوڑی میں اس طرح کہوں گا، انا للہ و انا الیہ راجعون. ہماری پاکستان کی سپریم کورٹ کا جنازہ پڑھا چکا ہے. بس آگے میں نہیں کہوں گا کیونکہ بہت ہی افسوسناک یہ ہماری عدلیہ افسوس ہے جو اپنے فیصلے بھی نہیں کر سکتی. ان کو چاہیے جا استعفے دے دیں، استعفیوں کے بعد اپنے گھر میں جا کر بیٹھیں. جب پاکستانی عوام غیرت کرے، جرأت اور عظمت کے ساتھ باہر نکلے، اپنے حقوق کی طرح اپنے حق مانگے. حق مانگنا ہر آدمی کا اپنا رائٹ بنتا ہے. تو میں اس بات سے اجازت چاہتا ہوں خالد بھائی، میں جو آپ آخری کام کرتا ہوں وہ کر کے میں تھوڑا جا رہا ہوں کام پہ. عمران خان کے لیے، میرے مرشد کے لیے، نیچے سب جو سن رہے ہیں دل بنے، جو نیچے بیٹھے ہیں، میرے عمران خان کی خاطر کوئی دل نہیں بنائے گا تو میں میک نہیں چھوڑوں گا. سیدھی بات ہے. میک نہیں چھوڑوں گا جب تک کوئی دل نہیں بنائے گا، میک نہیں چھوڑوں گا. سب نیوٹ پٹے ہیں اپنے اپنے. عابد بھائی، عظمت بھائی نیوٹ پٹے سر. مانو آپ ہی نیوٹ پٹے، مانو آپ ہی جی نیوٹ کھول دیا. زین بھی اپنا نیوٹ کھولے. اوکے. جی سر. عمران تیرے جان نثار، بے بے شمار بے شمار شمار بے بے شمار. شمار بے شمار. انشاءاللہ. عمران تیرے جان انشاءاللہ. نثار. بے بے شمار بے شمار بے شمار. شمار. کون بچائے گا پاکستان؟ عمران کون خان بچائے گا عمران خان پاکستان؟ عمران خان. عمران خان عمران خان. تیرے پہ جان بھی قربان ہے، عمران قادیانوں پہ خان. لعنت بے شمار. بے شمار بے شمار. بے پاکستان، شمار بے بے شمار. زندہ زندہ باد. باد. پاکستان زندہ باد. زندہ باد. زندہ زندہ باد باد. اوکے، زندہ اللہ باد. حافظ سب کو. جی اوکے اللہ جی، اللہ اللہ حافظ. حافظ. اللہ. السلام جی وہ علیکم. ہے کہ جی السلام جی علیکم کیسے وعلیکم السلام محزم بھائی، السلام علیکم. ندیم بھائی السلام علیکم، بسم کیسے ہیں؟ اللہ وعلیکم. الحمدللہ. سر میں بات کر سکتا ہوں؟ جی معظم بھائی حمزہ بھائی کو ٹائم دیتے ہیں، پھر آپ کا آپ اپنے نمبر پر آ جائیے گا. جی پھر آپ کا ہی نمبر ہے. جی جی ٹھیک. جی ٹھیک ہے جی ٹھیک. جی حمزہ بھائی. السلام علیکم عابد بھائی. میں ایک چھوٹی جی تانوں جڑا ہے بس یہی سمجھو بھئی جڑا کوئی تھوڑا جہا وقت گزریا میں وہ بارے تمہیں دسنا وا. جی جی میں نا خیر ترکی نا کسی سلسلے دے وچ جیل دے وچ آ نا 2 سال دی مینوں جڑا نا سزا ہوئی ہے. 2 سال دی صحیح ہے. تے جس ٹائم خیر الیکشن وغیرہ ہوئے نا اس ٹائم تے میں اتھے جیل دے وچ ہی ہے نا. صحیح ہے. تے میرے ہلے کوئی تقریباً 6 مہینے گزرے تے اچانک نا ایک دن نا اس طرح نا
ਅਸੀਂ ਤਕਰੀਬਨ ਪਾਕਿਸਤਾਨੀ ਕੋਈ 1200-1300 ਲੜਕਾ ਸੀ, ਠੀਕ ਹੈ, ਤੇ ਬਾਕੀ ਅਫਗਾਨੀ ਹੈਰ ਢੇਰ ਸਾਰੀ ਸਨ। ਤੇ ਉਹ ਜਨਾਬ ਮੇਰੀ ਇਸ ਤਰ੍ਹਾਂ ਅਚਾਨਕ ਅਗਲੇ ਦਿਨ ਨਾ ਸੁਬਹ ਉਹਨਾਂ ਆਵਾਜ਼ ਦਿੱਤੀ ਵੀ ਸਾਰੇ ਤੁਸੀਂ ਜਿਹੜੇ ਨਾ ਪਾਕਿਸਤਾਨੀ ਜਿਤਨੇ ਲੜਕੇ ਹੋ ਸਾਰੇ ਇੱਧਰ ਆ ਜਾਓ ਨਾ ਗਰਾਊਂਡ ਦੇ ਵਿੱਚ। ਜਿਉਂ ਜਨਾਬ ਉਹਨੂੰ ਲਾਕ ਖੋਲੇ ਅਸੀਂ ਜਾਂਦੀ ਗਏ ਨੰਬਰ ਵਾਈਜ਼, ਠੀਕ ਹੈ। ਉਹ ਸਪੀਕਰ ਦੇ ਵੀ ਨਾਮ ਬੋਲਦੇ ਗਏ ਸਾਰਿਆਂ ਬੰਦਿਆਂ ਦੇ, ਕਿਉਂਕਿ ਪਾਸਪੋਰਟ ਸਾਡੇ ਉਹਨਾਂ ਕੋਲ ਹੈ ਨਾ, ਸਹੀ ਹੈ। ਤੇ ਉਹਨਾਂ ਆਖਿਆ ਵੀ ਤੁਸੀਂ ਕੱਲ ਦੀ ਫਲਾਈਟ ਵਿੱਚ ਇਤਨੇ ਬੰਦੇ ਜਿਹੜੇ ਹੋ 23 ਬੰਦੇ ਪਾਕਿਸਤਾਨ ਜਾ ਰਹੇ ਹੋ, ਸਹੀ ਹੈ। ਅਸੀਂ ਪੁੱਛਿਆ ਵੀ ਅਸੀਂ ਕਿਹੜੇ ਸਿਲਸਿਲੇ ਜਾ ਰਹੇ ਹਾਂ, ਸਾਡੀ ਮੇਰੀ ਹੈ ਜਿਹੜੀ ਉਸ ਸਜ਼ਾ ਹੀ ਹਲੇ ਤੱਕ ਤਕਰੀਬਨ ਜਿਹੜਾ ਹੈ 6 ਮਹੀਨੇ ਮੈਨੂੰ ਗੁਜ਼ਰੇ ਤੇ ਤਕਰੀਬਨ ਪਿੱਛੇ 14 ਮਹੀਨੇ, ਸਹੀ ਹੈ, 2 ਸਾਲ ਦੀ ਹੈ ਨਾ। ਤੇ ਉਹ ਜਿਤਨੇ ਲੜਕੇ ਉਹਨਾਂ ਸਾਰੇ ਤਕਰੀਬਨ ਸਜ਼ਾ ਜ਼ਿਆਦਾ ਆਈ ਹਲੇ, ਤਕਰੀਬਨ ਕਿਸੇ ਨੇ ਸਾਲ ਰਹਿ ਗਿਆ, ਕਿਸੇ ਨੇ 8 ਮਹੀਨੇ, ਕਿਸੇ ਨੇ 7 ਮਹੀਨੇ ਇੰਜ ਕਰਕੇ ਨਾ, ਸਹੀ ਹੈ। ਕਿਉਂਕਿ ਸਾਡੀ ਹੈਰ ਉੱਥੇ ਜੇਲ੍ਹ ਦੇ ਵਿੱਚ ਗੱਲ ਇੱਕ ਵਾਰ ਮੇਰੀ 6 ਮਹੀਨੇ ਚ ਇੱਕ ਵਾਰ ਗੱਲ ਹੋਈ ਹੈ ਘਰ, ਸਹੀ ਹੈ। ਤੇ ਯਕੀਨ ਕਰੋ ਸਾਨੂੰ ਇੰਝ ਲੱਗਦਾ ਸੀ ਬਾਹਰ ਦੁਨੀਆ ਖਤਮ ਹੋ ਗਈ ਹੈ, ਸਿਰਫ ਇੱਥੇ ਹੀ ਜਿਹੜੀ ਦੁਨੀਆ ਹੈ ਨਾ ਇਸ ਦੇ ਅੰਦਰ ਹੀ ਹੈ, ਤੇ ਇੱਥੋਂ ਅਸੀਂ ਬਾਅਦ ਚ ਕਿਉਂ ਨਾ ਨਿਕਲਦੇ, ਜਿਹੜੀ ਪੋਜੀਸ਼ਨ ਹੈ ਨਾ। ਅਸੀਂ ਉਹਨੂੰ ਪੁੱਛਿਆ ਵੀ ਇਹ ਕੀ ਚੱਕਰ ਹੈ ਜਿਹੜਾ ਨਾ, ਮਤਲਬ ਕਿ ਅਸੀਂ 2.5 ਸਾਲ ਦੀ ਸਜ਼ਾ ਹੈ ਤੇ ਤੁਸੀਂ ਕਿਸ ਤਰ੍ਹਾਂ ਕਿਹੜੇ ਹਿਸਾਬ ਨਾਲ ਸਾਨੂੰ ਭੇਜ ਰਹੇ ਹੋ। ਉਹਨੇ ਆਖਿਆ ਜੀ ਜਿਹੜਾ ਤੁਹਾਡਾ ਨਵਾਂ ਪ੍ਰਾਈਮ ਮਿਨਿਸਟਰ ਹੈ ਇਮਰਾਨ ਖਾਨ, ਉਹਦੀ ਵਜ੍ਹਾ ਤੋਂ ਵੀ ਤੁਹਾਨੂੰ ਅਸੀਂ ਜਿਹੜਾ ਇੱਥੋਂ ਜਿਤਨੇ ਪਾਕਿਸਤਾਨੀ ਸਭ ਨੂੰ ਪਾਕਿਸਤਾਨ ਭੇਜ ਰਹੇ ਹਾਂ। माशाल्लाह माशाल्लाह माशाल्लाह। ਸਹੀ ਹੈ। ਯਕੀਨ ਕਰ ਜੋ ਬਈ ਖੈਰ ਲਫ਼ਜ਼ ਖਤਮ ਹੋ ਜਾਂਦੇ ਨੇ, ਯਕੀਨ ਕਰ ਜੋ ਅੱਲਾ ਨੂੰ ਹਾਜ਼ਰ ਨਾਜ਼ਰ ਕਰਕੇ ਨਾ, ਸਹੀ ਹੈ। ਉਸ ਟਾਈਮ ਜਿਹੜੀ ਇਸ ਤਰ੍ਹਾਂ ਨਾ ਅਜੀਬ ਜਿਹੀ ਇੱਕ ਫੀਲਿੰਗ, ਸਹੀ ਹੈ, ਅਜੀਬ ਜਿਹਾ ਇੱਕ ਨਿਜ਼ਾਮ, ਕਿਉਂਕਿ ਅਚਾਨਕ 2 ਸਾਲ ਵਾਸਤੇ ਬੰਦੇ ਨੂੰ ਦੱਸਿਆ ਗਿਆ ਜੀ 2 ਸਾਲ ਤੂੰ ਇੱਥੇ ਹੀ, ਸਹੀ ਹੈ। ਤਾਂ ਉਹ 6 ਮਹੀਨੇ ਜਨਾਬ ਰਹਿੰਦਾ ਬੰਦਾ, ਤੇ ਉਹ ਕੁਦਰਤੀ ਜਿਹੜਾ ਹੈ ਇੱਕ ਬਸ ਅੱਲਾਹ ਪਾਕ ਦਾ ਕਰਮ ਔਰ ਫਜ਼ਲ ਹੋਇਆ ਤੇ ਹਕੂਮਤ ਇਮਰਾਨ ਖਾਨ ਸਾਹਿਬ ਦੀ ਆਈ, ਸਹੀ ਹੈ। ਤੇ ਅਸੀਂ ਉਹ ਜਿਤਨੇ ਲੜਕੇ ਸਾਂ ਉਹ ਸਾਰਿਆਂ ਦੇ ਜਨਾਬ ਮੇਰੀ ਜਿਹੜੇ ਨਾ ਵੀਜ਼ੇ ਟਿਕਟਾਂ ਹੋ ਗਈਆਂ ਸਨ, ਠੀਕ ਹੈ। ਕੁਝ 10 ਦਿਨ ਬਾਅਦ ਆ ਸਾਰਿਆਂ ਨੂੰ ਡੇਟ ਦਿੱਤੀ ਗਈ, ਫਲਾਣੀ ਡੇਟ ਨੂੰ ਫਲਾਣਾ ਬੰਦਾ ਜਾ ਰਿਹਾ, ਸਹੀ ਹੈ। ਇਮਰਾਨ ਖਾਨ ਜਨਾਬ ਮੇਰੀ ਅੱਲਾਹ ਪਾਕ ਸਿਹਤ ਦੇ, ਉਹਨਾਂ ਨੂੰ ਜ਼ਿੰਦਗੀ ਦੇ ਹੈ, ਠੀਕ ਹੈ। ਉਹ ਇੰਜ ਦੇ ਬੰਦੇ ਨੇ, ਸਹੀ ਹੈ। ਸਾਊਦੀ ਅਰਬ ਤੋਂ ਕਾਫੀ ਸਾਰੇ ਬੰਦੇ, ਸਹੀ ਹੈ। ਔਰ ਪਾਕਿਸਤਾਨ ਦੇ ਵਿੱਚ ਜਿਹੜਾ ਜਨਾਬ ਤੁਸੀਂ ਟੌਪਿਕ ਦੀ ਗੱਲ ਕਰ ਰਹੇ ਸੀ ਟੌਪਿਕ ਤੇ, ਸਹੀ ਹੈ, ਉਹਦੇ ਵਿੱਚ ਇਹੀ ਹੈ ਭਾਈ ਜੀ ਵੀ ਅਦਾਲਤਾਂ ਦੇ ਵਿੱਚ ਕੋਈ ਇਨਸਾਫ ਨਹੀਂ ਹੈ, ਸਹੀ ਹੈ। ਸਿਸਟਰ ਸਾਡੀ ਕਹਿ ਰਹੇ ਕਿ ਇਨਸ਼ਾਅੱਲਾ ਇਨਸਾਫ ਹੋਗਾ, ਇਹ ਸਹੀ ਹੈ। ਮਤਲਬ ਗੱਲ ਇਹ ਹੈ ਕਿ ਅਗਰ ਤੁਸੀਂ ਦੇਖ ਲਓ ਦੂਸਰਾ ਵੀ ਸਾਰੇ ਇਹ ਜਿਤਨਾ ਵੀ ਹੈ ਐਸਟੈਬਲਿਸ਼ਮੈਂਟ ਇਹ ਸਭ ਇੱਕ ਗੁੱਜਨ, ਠੀਕ ਹੈ, ਇੱਕ ਨਿਜ਼ਾਮ ਉਹਨਾਂ ਦਾ ਚੱਲ ਰਿਹਾ ਬਸ, ਠੀਕ ਹੈ। ਬਟ ਅੱਲਾਹ ਪਾਕ ਬਿਹਤਰੀ ਕਰ ਰਿਹਾ, ਪਾਕਿਸਤਾਨ ਦਾ ਕੋਈ ਫਿਲਹਾਲ ਜਿਹੜਾ ਫਿਊਚਰ ਨਜ਼ਰ ਨਹੀਂ ਆ ਰਿਹਾ, ਠੀਕ ਹੈ। ਇਮਰਾਨ ਖਾਨ ਸਾਹਿਬ ਜਿਹੜੇ ਕੋਈ ਇਹ ਸਾਨੂੰ ਨਜ਼ਰ ਆ ਰਹੇ ਸਨ, ਠੀਕ ਹੈ, ਉਹਨਾਂ ਨੂੰ ਇਸ ਟਾਈਮ ਉਹਨਾਂ ਫੜ ਕੇ ਜੇਲ੍ਹ 'ਚ ਰੱਖੇ ਹੈ, ਸਹੀ ਹੈ। ਤੇ ਬਸ ਦੁਆ ਕਰੋ ਸਭ, ਸਹੀ ਹੈ। ਅੱਲਾਹ ਪਾਕ ਉਹਨਾਂ ਨੂੰ ਸਿਹਤ ਦੇ, ਜ਼ਿੰਦਗੀ ਦੇ, ਤੇ ਉਹਨਾਂ ਨੂੰ ਅੱਲਾਹ ਪਾਕ ਜਲਦੀ ਰਿਹਾਈ ਦੇ ਤੇ ਇਲੈਕਸ਼ਨ ਹੋਣ, ਇਮਰਾਨ ਖਾਨ ਸਾਹਿਬ ਇਨਸ਼ਾਅੱਲਾ ਫਿਰ ਦੁਬਾਰਾ ਆਵਣ, ਸਹੀ ਹੈ। ਤੇ ਇਹ ਮੁਆਜਰਾ ਹੈ ਜਨਾਬ ਸਾਡੇ ਨਾਲ ਹੋਇਆ ਜਿਹੜਾ, ਸਹੀ ਹੈ। ਤੇ ਯਕੀਨ ਕਰੋ ਮੇਰੇ ਵਾਸਤੇ ਤੇ ਮੇਰੀ ਫੈਮਿਲੀ ਵਾਸਤੇ ਸਭ ਨਾਲੋਂ ਬੜੀ ਜਿਹੜੀ ਹੈ ਨਾ ਇੱਕ ਗੱਲ ਹੈ ਨਾ, ਸਹੀ ਹੈ। ਸਾਡੀ ਤਕਰੀਬਨ ਸਾਰੀ ਫੈਮਿਲੀ ਨੂੰ ਲੀਗ ਨੂੰ ਸਪੋਰਟ ਕਰਦੀ ਹੈ ਨਾ, ਠੀਕ ਹੈ। ਤੇ ਖੈਰ ਮੇਰੇ ਵੱਡੇ ਭਾਈ ਕਰਦੇ ਤੇ ਛੋਟਾ ਭਾਈ ਤੇ ਬਾਕੀ ਫੈਮਿਲੀ ਤਕਰੀਬਨ ਇਮਰਾਨ ਖਾਨ ਨੂੰ ਸਪੋਰਟ ਕਰਦੀ ਹੈ, ਸਹੀ ਹੈ। ਮਗਰ ਗੱਲ ਕਰਨ ਦਾ ਮਤਲਬ ਹੈ ਕਿ ਦੇਖੋ ਗਰੀਬਾਂ ਦੇ ਬਾਰੇ ਚ, ਮਾੜਿਆਂ ਕਮਜ਼ੋਰ ਬੰਦਿਆਂ ਦੇ ਬਾਰੇ ਸੋਚਣ ਵਾਲਾ ਬੰਦਾ ਹੈ ਸਾਡਾ ਇਮਰਾਨ ਖਾਨ ਸਾਹਿਬ, ਠੀਕ ਹੈ, ਸਹੀ ਹੈ। ਬਸ ਦੁਆ ਕਰੋ ਅੱਲਾਹ ਪਾਕ बेहतरी करे। जी जनाब आगे को कॉल करें। बहुत शुक्रिया जी हमजा भाई। मुहज़्ज़म भाई जी बिल्कुल बिस्मिल्लाह, आप शुरू करेंगे जी। थैंक यू सर, बड़ी अच्छा मेहरबानी। मुजम्मल भाई एक मिनट, अगर मैं एक खबर आपको दे दूं तो जो इंटर पार्टी इलेक्शन जो हुए हैं उनके मुकम्मल नतीजे जो है वो वैसे सुन चुके होंगे आप सारे, लेकिन बैरिस्टर गौहर को तो मरकजी चेयरमैन तरीक इंसाफ मुंतखब कर लिया गया। उसके बाद उमर अयूब खान जनरल सेक्रेटरी हैं तरीक इंसाफ, और मीर अहमद बलोच सूबाई सदर हैं बलोचिस्तान के। जानते हैं आप लोग मीर अहमद बलोच को? और उसके बाद हलीम आदिल शेख सूबाई सदर सिंध,
اور علی احمد گنڈاپور صوبائی صدر خیبر پختونخوا، اور ڈاکٹر یاسمین راشد صوبائی صدر پنجاب۔ جی سر۔ بہت اچھے جی، زندہ باد عابد بھائی۔ جی سر۔ جی معظم بھائی۔ جی بہت زبردست ہے، یہ بہت زبردست ہے۔ جی یہ جو بات آپ کہہ رہے ہیں نا، میں تو سمجھتا ہوں یہ ٹھیک ہے۔ تو میں یہ جو آپ جو پہلے بھائی چلے گئے ہیں نا، وہ قانون پہ بات کر رہے تھے، تو میں ایک روشنی ڈالنا چاہوں گا تھوڑی سی قانون کی۔ تو آپ بات نہ ہی کریں تو میں سمجھتا ہوں قانون تو ہمارے ملک میں ہے ہی نہیں۔ میں ایک چھوٹا سا نا واقعہ سنانا چاہوں گا آپ کو، اپنی آپ بیتی کا۔ جب یہ 2018 کا الیکشن ہوا تھا نا، تو اس 2018 کے الیکشن کے لیے نا ہم نے میرے جو گاؤں کے لڑکے ہیں نا، 25-30 لڑکے، ہم نے یار دوستوں نے مل کے نا، ہم نے ایک گروپ بنایا، واٹس ایپ گروپ بنایا، اس پہ ہم وہ نا کمپین کرتے تھے۔ جو ہمارے گاؤں کے جو میرا گاؤں وہ ہے جو اس وقت حاضر سروس ہے نا، ایئر چیف جو ہیں جنرل ظہیر بابر، وہ گاؤں ہے میرا۔ تو اس کا بڑا بھائی ہے نصیر عباس، وہ نون لیگ کی ٹکٹ پہ الیکشن لڑتا ہے، نون لیگ کی پارٹی کی طرف سے نا۔ تو ہم لڑکوں نے ایسا کیا کہ جو نون لیگ کے تھے نا، اس کو سپورٹ کرنے والے، جب وہ مرد حضرات چلے جاتے تو ہم مختلف جو ہے نا لڑکے لوگوں کے گھروں میں چلے جاتے، ان کو گائیڈ کرنا، بتانا، مثالیں دے دے کر نا ان کا ذہن واش کرنے کی ہم نے کوشش کی۔ اور الحمدللہ کہ ہماری اس کوشش کی وجہ سے ہمیں اس کا رزلٹ یہ ملا کہ ہمارے گاؤں سے تقریباً 18,000 کے 1800 آئی تھنک 18,000 یا 1800، مجھے ایگزیکٹ فگر یاد نہیں ہے، 18,000 یا 18 ہاں اتنا ہی شاید ہوگا، تو 1800 یا 18,000 ہوگا، وہ بلے کو ووٹ پڑے، اور 382 ووٹ اس کو پڑے اپنے گاؤں سے۔ اور مجھے اس کا نقصان یہ ہوا کہ انہوں نے پتہ کیا یہ سلسلہ کیا چلا ہے۔ خیر مجھے نہیں پتا کہ کیسے پتہ چلا، لیکن ان کو پتہ چل گیا کہ یار یہ اس طرح کا سلسلہ چلا ہے، اور اس کا جو ہیڈ ہے نا وہ مزمل ہے۔ تو خیر انہوں نے مجھے اپنے ڈیرے پہ بلایا، مجھے بہت تھریٹ کیا گیا، دھمکیاں دی گئیں، حتیٰ کہ ایک دفعہ ایسا بھی ہوا کہ مجھے اس سلسلے میں نا جیل جانا پڑ گیا۔ صبح صبح کا ٹائم ہوتا ہے، پولیس آ جاتی ہے، کہتی ہے کہ مزمل کون ہے؟ کہتا میں ہی ہوں۔ جوتے نہیں پہننے دیے، ایک میں نے ہاف ٹراؤزر اور شرٹ پہنی تھی، مجھے اٹھا کر وہ لے گئے۔ تو میں 1 مہینہ اور 18 دن رہا ہوں جیل میں۔ تو میں نے ایک دفعہ نا ایک ہیڈ کانسٹیبل تھا، اس سے میں نے پوچھا کہ یار ہمارا قصور کیا ہے، ہمیں کیوں بند کیا ہوا ہے؟ اس نے بڑی اچھی بات کی، مجھے ابھی بھی یاد آتی ہے، تو اور مجھے فخر ہوتا ہے اپنے کپتان پہ کہ میں حق کے راستے پہ چل رہا ہوں۔ اس نے بڑی اچھی بات کی، وہ کہتا ہے کہ یار مزمل بات یہ ہے کہ تمہارا قصور یہ ہے کہ تم لوگوں نے بولنا شروع کر دیا ہے، تم لوگوں نے حقیقت کو پہچاننا شروع کر دیا ہے، آواز اٹھانی شروع کر دیا ہے، سوال کرنا شروع کر دیا ہے، جو یہ لوگ نہیں چاہتے، ٹھیک ہے؟ اور تمہارے لیے بہتر یہی ہے کہ تم لوگ یہ جو سلسلہ تم نے شروع کیا ہے نا، تو اس کی باتیں جو میں نے سنی نا، جو اس نے بات کی کہ تمہارا قصور یہ ہے سوال کرنا، بولنا، حق کو پہچان گئے ہو تم، غلط اور صحیح کی تمہیں پہچان ہو گئی ہے، تم صحیح راستے پہ چل پڑے ہو، تم اپنے ملک سے پیار کرنے لگ گئے ہو۔ اور آئی بلیو کہ میں اللہ اور اس کے رسول کو حاضر ناظر جان کے یہ کہہ سکتا ہوں کہ میں نے 2018 میں جو ووٹ ڈالا تھا نا، وہ میں نے اس لیے نہیں ڈالا تھا کہ یہ میری گلی پکی کروا دیں گے، یہ میری سڑک بنوا دیں گے، یہ میرے لیے کچھ کریں گے، نہیں، میں نے وہ ڈالا تھا اپنے ملک کے لیے۔ اور وہ واقعہ میرے ساتھ پیش ہونے کے بعد میرا یقین اور پکا ہو گیا کہ میرا خان سیدھے رستے پہ ہے، وہ ہمیں غلط گائیڈ نہیں کر رہا، وہ ہمارے فیوچر کے بارے میں سوچ رہا ہے، ہمارے بچوں کے بارے میں سوچ رہا ہے۔ تو کہنے کا مقصد یہ ہے کہ میں آپ کی بروڈ سے یہ میسج ایک دینا چاہوں گا کہ دیکھیں جو بھی سن رہے ہیں نا، ایسا کیا کریں کہ جب آپ جس طرح ہم یہ 5-7 لوگ بات کر رہے ہیں، یا جو سن رہے ہیں آپ کی بروڈ پہ، حسن بھائی آپ کی بروڈ پہ جو لوگ سن رہے ہیں، میں یہ کہنا چاہوں گا کہ یار دیکھو، جب بھی آپ کسی کو بات بولتے ہو نا، اپنے لیڈر کے بارے میں گائیڈ کرتے ہو، بتاتے ہو یار ہمارا لیڈر یہ ہے، وہ ملک کے بارے میں اس طرح مخلص ہے، وہ یہ کرے گا، یا اس نے یہ کیا ہے، یہ کیا ہے، اس کو بولے بھائی کہ وہ آگے جو اس کو ملے گا نا اس کو گائیڈ کریں۔
میرا ایک ہمسایا تھا، اس کو میں نے پوچھا کہ یار الیاس بھائی اللہ جنت میں گھر کرے، اس کو اب دنیا سے چلے گئے ہیں 2018 کے الیکشن میں. میں نے اس کو بولا الیاس بھائی آپ ووٹ کس کو ڈالیں گے؟ کہتا ہے کہ میں نے تو نون لیگ کو عابد بھائی کو ڈالنا ہے. میں نے کہا کیوں ڈالنا ہے؟ کہتا ہے یار اس نے ہماری گلی بنوا دی، ٹرانسفارمر لگوا دیا، یہ ہوا. میں نے اس کو بولا کہ یار دیکھ، یہ اس نے کچھ ہمارے پہ احسان نہیں کیا. میں ایک مثال دیتا ہوں آپ کو کہ میں نے اس کو بولا کہ میں الیاس بھائی آپ کو ایک مثال دیتا ہوں کہ ہم نے عابد بھائی کو دیے تھے 10 روپے. 10 روپے میں سے اس نے 6 روپیے ڈال لے اپنی جیب میں، 4 روپیے اس نے دے دیے آگے عوام کو دے دیے، یعنی ٹھیکیدار کو دے دیے. مزمل بھائی ٹھیکیدار نے 2 روپے اپنی جیب میں پھر ڈال لیے، 2 روپیے وہ ہم میں لگا دیے. دیے تھے ہم نے 10 روپے، ہمیں ملے کتنے ہیں؟ 2 روپے. اس لیے مزمل یہ بھائی کوئی ہم پہ انسان نہیں کرتے. ٹھیک ہے، اس نے بولا. اس کا ایسا ہوا کہ وہ بولتا ہے کہ یار میرے گھر چل تو. میں اس کے گھر گیا، پوری فیملی کو میں نے یہ باتیں بتائیں. اس کا رزلٹ یہ ملا کہ وہ آج بھی جو اس کے باقی گھر والے ہیں نا، وہ بلے کے اور خان کے گیت گاتے ہیں. زندہ باد تھینک جی، یو سر. زندہ باد. بہت اچھے جی معظم بھائی، بہت زبردست. آپ آتے رہا میری کریں جی، آپ کی اپنی بروڈ ہے. جس وقت آپ کا جی چاہے، جب بھی کچھ اظہار خیال کرنا ہو، اپنی سوچ رکھنی ہو، بالکل آپ آتے جائیں. تو اس سے پہلے کہ میں جاؤں اپنا حمزہ بھائی کے پاس، تو اوسی بھائی کو پہلے ویلکم کرتے ہیں. حمزہ بھائی السلام علیکم. اوسی بھائی جی وعلیکم ویلکم. السلام جی، کیا حال ہے؟ ٹھیک. تو اس سے پہلے کہ میں جاؤں، تو جس طرح میری مانو بہن نے کہا کہ اب باری یہ پنجاب کی، خیبر پختونخوا نے عہد وفا بھی نبھا دیا، تجدید وفا بھی کر دیا، اور خیبر پختونخوا نے یہ دکھا دیا کہ جس نے ہمارے لیے ایک پرآسائش زندگی کو جیل کی سلاخوں کے پیچھے دے ڈالا، ہم اس کے شانہ بشانہ کھڑے ہیں، سیسا پیلائی دیوار کی طرح کھڑے ہیں، اور کھڑے رہیں گے چٹان کی طرح اپنے ایمان کے ساتھ، عمران خان کے ساتھ. اب پنجاب کی باری ہے، وفا کرنی ہے پنجاب کے بیٹوں نے، پنجاب کی ماؤں نے، پنجاب کی بہنوں نے، اور پنجاب کے بیٹوں نے، پنجاب کے بزرگوں نے آج وفا کرنی ہے اس شیر کے ساتھ جس شیر نے ان کے حقوق کے لیے آواز اٹھائی، اور آقا علیہ الصلوۃ والسلام کے لیے آواز اٹھائی. اٹھو پنجاب کے جوانوں، اب تمہاری باری ہے. کہیں تاریخ میں تمہارا نام بے وفائی میں نہ لکھا جائے. آج تم نے اٹھنا ہے اور عہد وفا نبھانا ہے، تجدید وفا کرنی ہے خان کے ساتھ. جی اوسی بھائی، حمزہ بھائی آپ کچھ کہنا چاہیں گے؟ پھر سیدھا اوسی بھائی کے پاس چلتے ہیں تاکہ وہ کوئی نیا سوال رکھیں. اوور ٹو یو جی. اچھا، ابھی ابھی کس موضوع پہ بات ہو رہی ہے؟ ابھی وہ قاضی فرہاد عیسیٰ کے اوپر جی. اچھا، قاضی صاحب کے اوپر ہو رہی ہے بات. میں ابھی لیٹ آیا ہوں نا، مجھے موضوع کا نہیں پتا. تو قاری عیسیٰ صاحب کیا کیا ہے ابھی؟ جی عابد بھائی دوہرا دیں جی، قاضی فرہاد فائز عیسیٰ کا وہ خط. کہاں چلیں گے؟ خالد جی محمود. السلام علیکم. جی 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 السلام علیکم. وعلیکم. وہ بات کر رہے تھے کہ جو آج ایک لیٹر پہلے تو سوشل میڈیا پہ سرکولیٹ ہوتا رہا ہے، سب نے دیکھا ہے کہ السلام جو بھائی، کیا حال ہے؟ جی عابد بھائی ہیں وہ بتا دیں، پھر آپ آ جائیں. وعلیکم السلام. نہیں، مانو بہن آپ بتائیں. اور حمزہ پلیز آپ میوٹ پہ جائیں اور اس کے بعد سن کے تو پھر آپ جواب دیجیے. جی مانو بہن. وہ عابد بھائی آپ نہیں تھے تو اس لیے آپ اپنی کنٹینیو رکھیں. وہ کہہ رہے تھے کہ مجھے بتائیں، تو اس لیے میں نے شروع کیا تھا. تو جو وہ پوچھ رہے تھے، تو میں صرف اس میں ایک بات ایڈ کروں گی کہ وہ جو لیٹر آ گیا ہے، تو اب ہمارا کیا کام ہے؟ اب ہمارا یہ کام ہے کہ ہم نے اس لیٹر کو ہم نے زیادہ سے زیادہ اس کو ہم نے مزید اس کو آگے پھیلانا ہے. سب سے پہلے اس کی انگلش ٹرانسلیشن کرنی ہے. ہم جس ملک میں رہتے ہیں، جس زبان کو سمجھتے ہیں، اس زبان میں اس کی ٹرانسلیشن کرنی ہے، اور اس کو اسپیشلی انگلش میں پوری دنیا میں پھیلانا ہے کہ ہمارے ملک کا نظام ایسا ہے جہاں پہ ایک بے گناہ پولیٹیکل لیڈر التجا کر رہا ہے، اور ہمیں اس کو کرنا چاہیے. ایوری ون مسٹ ڈو اٹ. یہ ہماری رسپانسبلٹی، یہ ہمارے کندھوں پہ یہ ذمہ داری ہے کہ ہم اس کو پیغام سمجھ کر ہم پوری دنیا میں پھیلائیں. اور اس کے بعد ہم ان دا لائٹ آف دیٹ لیٹر ہم وی کین رائٹ ای میلز، وی کین سینڈ لیٹرز مختلف اداروں میں. ہم دنیا کے جس بھی کونے میں ہیں، ہمیں اپنے
اداروں کے دروازوں کو کھٹکھٹانا چاہیے تاکہ ہمارے خان کی مدد کر سکیں۔ اگر پاکستان کا نظام عدل انصاف نہیں دے رہا تو دنیا میں انصاف بہت سی جگہوں پر موجود ہے۔ اور دیکھیں خان صاحب نے کہا تھا اگر دنیا میں کسی ایک جگہ بھی ناانصافی ہوتی ہے تو ساری دنیا کا انصاف خطرے میں پڑ جاتا ہے، وہ آگ ساری دنیا میں پھیل سکتی ہے۔ تو یہ الارمنگ ہے ساری دنیا کے لیے، تو ہمیں اس میسج کو پھیلانا چاہیے۔ جی تھینک یو سو مچ، جزاک اللہ، اوور ٹو یو۔ جی حمزہ سر، آپ نے سنا نہیں تو میں آپ کو تھوڑا سا ہنٹ دے دیتا ہوں۔ میوٹ کھولیے سر۔ قاضی فائز عیسیٰ کے پاس لیٹر گیا ہمارے مرشد کا، اور جو اس نے جواب دیا وہ بھی اوپن ہو گیا، اور وہ لیٹر گیا وہ بڑے غصے میں ہے، لیکن اس میں جو کچھ لکھا گیا ہے، ہمارے مرشد نے جو کچھ لکھا ہے اس میں، وہ جو جتنا ظلم اس عدلیہ کے دور میں ہوا ہے قاضی فائز عیسیٰ کے ٹائم میں، اتنا کسی دور میں نہیں ہوا۔ اور قاضی عیسیٰ اپنے دفتروں میں سے، یعنی کہ چیف جسٹس، جتنے چیف جسٹس ہیں ان میں سے وہ تصویریں اٹھا کے باہر نکال رہا ہے کہ ان کی تصویریں اتار دی جائیں۔ سر آپ کیا سمجھتے ہیں، ہمیں سوال نہیں کرنا چاہیے؟ کیا ہم حق بجانب نہیں ہیں؟ اور جس طرح میری بہن نے کہا ہے کہ ہمیں یہ انگلش میں ہے، یہ ہمیں ٹرانسلیٹ کر کے تو پھیلانا چاہیے، اور اس کے اوپر بحث کرنی چاہیے۔ اس میں بڑے پوائنٹ ہیں سر جن کے اوپر بحث ہونی چاہیے۔ جی سر، آپ کیا کہتے ہیں؟ پہلے تو موٹی موٹی بات کر لیتے ہیں۔ جی سر، سوال سن لیا۔ حمزہ صاحب، سر اچھا، یہ میاں زین ہیلو، اقبال آواز بند تھی۔ جی جی سر، سوال آپ نے سنا ہے؟ سنا ہے، میں بول رہا ہوں جو باجی نے بات کی ہے اچھی کی ہے، کرنا چاہیے اس چیز پہ ہم ایگری ہیں، ٹھیک ہے۔ دراصل بات یہ ہے کہ جب کا یہ میرے پھڈا خیال پڑا میں ہے نا نیٹ زمان پارک کا، اس ٹائم کا ہمارے ساتھ کوئی جتنے ہمارے جو پی ٹی آئی کے کینڈیڈیٹ ہیں سب نے حلف دیے ہیں، کسی کینڈیڈیٹ نے حلف دیا ہے نون لیگ کے؟ کسی نے نہیں دیا۔ جھوٹا آدمی حلف نہیں دے گا، سچا آدمی حلف دے گا، سر جی ٹھیک ہے۔ میں سوال کچھ اور کر رہا ہوں سر۔ سوال میں نے کیا ہے چیف جسٹس نے جو کچھ کہا ہے سر اس کے اوپر۔ اس کے اوپر سوال کیا آپ نے، میں بول رہا ہوں کہ بالکل ٹھیک ہے، یہ کرنا چاہیے جو باجی نے بولا ہے، یہ کرنا چاہیے۔ یہ تو ٹھیک نہیں ہے نا، ہمارے لیے تو یہ اچھے نہیں ہے یار، ہمارے لیے کیا کر رہے ہیں، یہ کچھ نہیں کر رہا ہے، انصاف شکریہ، آپ نہیں ہے، نے عدالت میں انصاف کب ملے گا؟ نہیں ملے گا، یہ کرنا بہت اچھا چاہیے، اچھی بات ہے۔ بہت اچھا بولا سر آپ نے۔ جی اوسی بھائی، جی سر آپ حسن بھائی 30 سیکنڈ، 30 سیکنڈ حسن بھائی 30 سیکنڈ۔ جی جی سر، یہ جو آپ لیٹر کی سر بات کر رہے ہیں نا، دیکھیں یہ جو لیٹر ہے نا اس مانو آپ ہی نے بڑی اچھی بات کی ہے کہ ہمیں ٹرانسلیٹ کرنا چاہیے۔ دیکھیں یہ ٹرانسلیٹ کی بات ہے نا ترکش میں اور اٹالین میں، وہ تو میں کر لوں گا، اس کی پرابلم نہیں ہے، وہ میں لگا بھی دوں گا، کر بھی لوں گا، ٹھیک ہے۔ ترکی بھی رہا ہوں وہ بھی آتی ہے، اٹالیا میں بھی ہوں وہ بھی آتی ہے، وہ مسئلہ نہیں ہے۔ ترکی میں اور اٹالین میں کر لوں گا، اور باقی آپ دیکھ لیں۔ اچھا اس طرح کہ وہ لیٹر پڑا ہوا ہے جی سر، انگلش میں وہ لیٹر اور اس کی ٹرانسلیشن وہ انشاءاللہ میں کر لوں گی۔ بہت بہت تھینک یو، جزاک اللہ بھائی، جو آپ ان 2 لینگویجز میں کریں گے، آپ کی بہت مہربانی۔ تو انگلش میں مانو انشاءاللہ آپ ہی تعالی۔ وہ پرابلم نہیں ہے مجھے انگلش کی بھی پرابلم نہیں ہے، اور مجھے اردو کی بھی پرابلم نہیں ہے، پشتو کی بھی پرابلم نہیں ہے، ترکش کی پرابلم نہیں ہے، اٹالین کی پرابلم نہیں ہے، یہ زبانوں میں کر لوں گا، جی ماشاءاللہ، ٹھیک ہے۔ ہاں جی، تو شکریہ باقی کوئی آپ دیکھ لینا۔ بھائی۔ جی جی انشاءاللہ تعالی۔ جی وہ ٹویٹر پہ پڑا ہوا ہے، اور جی اس پہ بھی
मिल जाता है। ये और नीचे भाई जी जी, इम्पोर्टेंट बात ये है कि जो काजी साहब ने आंसर दिया ना, उसको वो भी जवाब, ट्रांसलेट करना है। जी 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 जी, वही जवाब, वो इसीलिए तो वो गुस्से में आया हुआ है। उसको भी जरूर ट्रांसलेट करना है ताकि दुनिया को पता चले कि हमारे जजेस क्या जवाब देते हैं। क्या जवाब? जी ओसी भाई सर, जी हो गया काम अल्हम्दुलिल्लाह। जी शुक्रिया जी। अस्सलाम वालेकुम आबिद भाई और बाकी सारे भाइयों को भी, और मानो बहन आपको भी अस्सलाम वालेकुम। तो आबिद भाई पहले तो ये बताएं, कल आपकी ये 2 दिन से अब्रॉड के साथ क्या हो रहा है? सर मुझे कुछ पता नहीं है, आज सारी रात मैं बैठूंगा, इसीलिए तो आज सारी रात खुद बैठना है। आज सारी रात खुद बैठूंगा, देखूंगा क्या हो रहा है, चक्कर क्या है, सिस्टम मुझे हाँ समझ जी नहीं हाँ आया जी, 2 दिन से। आज ही बड़ी सारी रात मैं क्लाइमेक्स पे बैठूंगा। हम थे कल, फहीम भाई थे, परसों वैसे हम बैठे थे तो बड़ा अजीब सा, बल्कि ये मुझे नदीम बैठा था फालमन, पता नहीं अब नदीम है कि नहीं। तो नदीम जी ने जी कहा बैठा जी बस था अब थोड़ी देर बाद ना ड्रॉप होने वाली है ब्रॉड, और सारी ड्रॉप होगी। सर, आप बेफिक्र है, मैं इंशाल्लाह आज सारी रात बैठूंगा और सुबह तक बैठेंगे इंशाल्लाह, बेफिक्र है। मैंने अपनी स्टैब्लिशमेंट को कह दिया कि अच्छा अच्छा, 2 शिकायतें आई हैं, अब आइंदा शिकायत नहीं आएगी सर आप। थैंक यू वेरी मच सर, चलिए सही हो गया। तो जो मुद्दा है जी जिस पे आप आबिद भाई बात कर रहे हैं, तो वो अभी बात कर रहे थे कि पंजाब की बारी है, पंजाब ने अपनी कंट्रीब्यूशन करनी है इसमें। तो अपने पंजाबी भाइयों के नाम मैं इस शेर से शुरू करूंगा कि खुदा तुझे किसी तूफान से आशना कर दे, खुदा तुझे किसी तूफान से आशना कर दे कि तेरे बहर के मौजों में इज़्तिराब नहीं। तो ये अल्लाह से मेरी दुआ है अल्लामा साहब की तरह कि हमें कोई तूफान आ जाए हमारे ऊपर, इससे भी बड़ी कोई ऐसी आफत आए कि हम मुस्तरिब हो जाएं, अपनी आज़ादी के लिए मुस्तरिब हो जाएं, अपने हकूक़ के लिए मुस्तरिब हो जाएं, और इस चीज़ का हम तयन कर लें कि हमारी जो मकसद है, मकसद हयात है ज़िंदगी का, ठीक है ना, कि वो उसका तयन हम कर लें, क्योंकि आज़ाद मुआशरे और आज़ाद इंसान ही जो है अपने, मैं समझता हूँ कि जिसे कहते हैं ना, जीने का हक अदा कर सकता है। तो एक तो ये बात है। दूसरी, ये कल हमने इस पे ना बड़ी डिटेल डिस्कशन की थी पंजाब के किरदार के ऊपर कि हिस्टोरिकली जो पंजाब है हमेशा पैसिफिक एक स्ट्रेटजी हमारी रही। अभी भी आपने देखा ना 9 मई का थोड़ा सा डंडा शंडा फेरा, इन्होंने एफसी वाले बीच में कुछ उन्होंने डाले, कुछ कमांडोज थे, तो मोस्टली पुलिस वाले थे, डंडे शंडे मारे, लोगों को अंदर डाला किया, तो सारे भाग गए, ठीक है ना। तो असल में इस तरीके से ना पिछले हम इसी पे बात कर रहे थे कि पिछले कम से कम, चलो वो ज्यादा पीछे भी ना जाएं, तो 500-800 साल की जो इनकी हिस्ट्री है, तो कोई मज़ामती तहरीक यहाँ से नहीं उठी हमारी पंजाब में से, खासकर पंजाबी मुसलमानों की बात करूँ, सिखों की तो अपनी एक हिस्ट्री है। इन्होंने हमेशा जो एक बाहर से आया ना, चले उसको हमलावर इन्वेडर कह लें या उसको आप एक फातह कह लें, ठीक है, तो उसके साथ इन्होंने अलाइन जरूर कर लिया, ठीक है, ये इनकी तारीख या हिस्ट्री रही। या दूसरे अल्फाज में, सादा अल्फाज में अब यूं कह लें कि ये एक ट्रेन के रेल के डिब्बों की तरह हम लोग, कि जब भी लोकोमोटिव आता है उस लोकोमोटिव के पीछे लग जरूर हम जाते हैं। लोकोमोटिव आना चाहिए, लोकोमोटिव हम खुद बन नहीं सकते, क्योंकि हमारी कल्चरल और हिस्टोरिकल जो डीएनए है उसमें ये उसकी कोई हिस्टोरिकल प्रेसिडेंट नहीं है इस चीज का, राइट। होता है ना, बस सिखों की अपनी, सिखों के साथ आप बैठे, उनके पर हमारी ही क्लैंस में से हैं, हमारे कबीलों में से आधे इधर आधे उधर, लेकिन उनकी तारीखी तौर पे एक पूरा जिसे कहते हैं ना है हमारा, उसमें उस तरीके से मज़ामती किरदार कभी भी नहीं रहा। लेकिन हम जब लोकोमोटिव आता है तो उस लोकोमोटिव के पीछे लग जाते हैं। लेकिन इमरान खान साहब की भी आप बात करें, अगर इसको थोड़ा सा दूसरे एंगल से आप देखें, तो है तो वो भी एक वजीरी माँ का बेटा ना, ठीक है ना, तो है तो वो भी उसी हरासां की सरजमीन का सपूत है ना। तो उसने जब एक आवाज उठाई तो आज
चलें एक कमज़ोर किरदार के तौर पे इससे ही, लेकिन हम उस लोकोमोटिव के पीछे तो खड़े हो गए। हमारी वो एस्टेब्लिशमेंट जो हर तरफ जुल्म करती रही, ठीक है, जो पंजाब डोमिनेंट एस्टेब्लिशमेंट, लफ्ज़ सही अगर मैं इस्तेमाल करूँ तो, लेकिन आज देखें हम उसके उनके खिलाफ आवाज़ बुलंद करना शुरू हो गए, राइट। हमने आज जितने भी यहाँ पे हम बैठे हैं, मैं हूँ, आप हैं, आबिद भाई, ठीक है, आज से 2 साल पहले आपका किरदार, मेरा किरदार, तो ये मैं समझता हूँ बहुत बड़ी एक अचीवमेंट है। बाकी जिस तरीके से हम कहते हैं ना कि एक खड़े हो जाना दूसरे मानों के अंदर, यानी बंदूक के सामने या गोली के सामने खड़े हो जाना, या बंदूक या तलवार के सामने बंदूक और तलवार लेके खड़े हो जाना, इसके लिए अभी इट विल टेक सम टाइम। ये इतनी जल्दी कोई मोटर का वो नहीं है कि आपने स्विच ऑन किया तो मोटर चल पड़ी, ऐसे नहीं होता। ये कल्चरल चीज़ें होती हैं, इतनी जल्दी से ये ऑन ऑफ नहीं होती, ठीक है ना, बिजली का जो स्विच नहीं होता। तो ये तो दूसरी बात आ गई। तो तीसरी थी आपकी कादी फ्रॉड ईसा के ऊपर आप बात कर रहे थे सारे भाई। तो मैं नहीं समझता कि, मैं तो आपको पता है मैं तो इस चीज़ का मुतकाज़ी नहीं हूँ कि ये एक फ्रॉड सिस्टम है, जो एक माफिया सिस्टम है, ये आपको क्या इंसाफ देगा। और मेरा नहीं ख्याल कि हमें इनसे इंसाफ लेना भी चाहिए या मांगना भी चाहिए, बल्कि हमें खुद को खुद से एक दूसरे के हकूक को यकीनी बनाना है। हमने एक दूसरे, हम 25 करोड़ अवाम है, हमने अपना अपना सिस्टम डिफाइन करना है, हमने अपने हकूक डिफाइन करने हैं, हमने एक दूसरे को इंसाफ देना है। ये जो एक जिसे कहते हैं एक काबज तंजीम का माफिया सिस्टम है, इसी को हमने चैलेंज करना है। तो दैट्स माय पॉइंट ऑफ व्यू। तो ओवर टू यू आबिद भाई, आगे आप कैरी ऑन करें तो मैं पार्टिसिपेट करता रहूंगा। ओके जी चौधरी साहब, अस्सलाम वालेकुम। मानो बहन ऊपर आए ना आप, जाना है? आप बैठे। अच्छा जी चौधरी साहब, अस्सलाम वालेकुम। चौधरी मुदस्सर, चौधरी साहब। अस्सलाम वालेकुम भाई जी, की हाल है? मैं थोड़ा बिजी हाँ सर। ओ यार बिजी रहंदे हो, इतना प्यारा मौका आया गल करन दा, बिजी यकीन कसम करो थोड़ा जिहा बिजी असल है, इस वे रेस्टोरेंट दा थोड़ा जिहा ना काम होंदा है ते थोड़ा रश पे है ते मैं 5 मिनट बाद कोशिश करना। कोई नहीं खा रही, कोई नहीं खा रही। मैं इंशाल्लाह जेड़ा ना लेके चलदे सी। मुजम्मल को चले चला गया। अच्छा अच्छा सर जी, कैसे देखते हैं उसी भाई, पंजाब की जो सदारत दी गई है वो अपनी डॉक्टर राशिदा को दी गई है, कैसे देख रहे हैं? जो इसमें तो आबिद भाई आप देखें ना, जैसे जैसे इमरान खान साहब ने अभी ये दी हैं, और जैसे इलेक्शन आया है, अली अमीन गंडापुर एक मुजाहिद, जी आप अली मोहम्मद खान आपका एक मुजाहिद, डॉक्टर साहिबा एक मुजाहिदा, ठीक है। तो कहने का मतलब है कि बिल्कुल ये इसी चीज़ की ज़रूरत है, और शायद वक्त का तकाजा भी यही है, और खान साहब ने भी यही रियलाइज़ कर लिया, क्योंकि सियासी किसी कुव्वत से आपका तो मुकाबला नहीं है ना। आपको तो बड़े ट्रेंड किस्म के कमांडोज चाहिए, जो कुट फंड भी खा सकें, जो तशद्दुद भी बर्दाश्त कर सकें, जिनके अंदर वो जैसे कहते हैं कि लोहे के असाब वाले बंदे आपको जब भर्ती करेंगे ना आइंदा इंशाल्लाह, पीटीआई का जब क्राइटेरिया आप रखेंगे कि इसमें वर्कर और लीडर आपने जब बनाना है, तो उनको पहले फरारी कंपों में भेजना करेंगे हम, अब 6-6 महीने साल दूर, तो सब बड़ी हार्ड ट्रेनिंग, क्योंकि हमारा मुकाबला किसी सियासी जमात से है ही नहीं है, ठीक है ना। यही मोहम्मद सैन फौजी कहता है ना, मोहम्मद सैन फौजी यही कहता है ना कि हमारी मांग बहनों को जब उठाता है, हमारे ऊपर जब जुल्म करता है, तो हम तो सिविलियन है। अगर हमने अब उसका मुकाबला करना, तो हम इंशाल्लाह ताला मुजाहिदीन के साथ ही करेंगे। और वेरी गुड डिसीजन सर, ओवर टू यू। अस्सलाम वालेकुम। आबिद हेलो, भाईजान, अस्सलाम वालेकुम सारे भरावां नूं बहुत बहुत जी जी सलाम मेरी वालेकुम तरफों। सलाम। वालेकुम सलाम जी, वालेकुम सलाम सर जी। सर जी आपका नाम? अकील? सर मेरा नाम अकील अशरफ है, जर्मनी से हूँ। वेलकम तो सर, वेलकम। बहुत बहुत आपने भी मुझे बात करने का मौका दिया।
नहीं आपका तो ये शुक्रिया सर, आप आए। आपने बनाया है, इसमें लाइव आ रहे हैं तो बहुत अच्छा है। डिबेट होनी चाहिए सर। हम सब एक मुल्क के लोग हैं, तो हमें मुल्क से नफरत कराई जा रही है। हमें इन मुल्क के हमदर्द लोगों को ये चाहते हैं कि ये लोग पैसे भी कमा के भेजें और ये मुल्क से भी नफरत करें। तो आप ये समझ रहे हैं कि एक रिटायर्ड फौजी को, जो मैं आपकी बात से समझा हूं, एक रिटायर्ड फौजी